करण कारण प्रभ एक है, दूसर नाही कोय। नानक तिस बलिहारणै, जाल थाल महीयल सोय। वाहिगुरु जी का खालसा, वाहिगुरु जी की फतह। गुरु सवारिओ, आपां यतन कर रहे हाँ गुरु अर्जन साहिब पंचम पातशाह सतगुरु जी दे ਜੀਵਨ ਨਾਲ ਅਤੇ ਸਤਿਗੁਰੂ ਮਹਾਰਾਜ ਦੀ ਮਹਾਨ ਸ਼ਹਾਦਤ ਨਾਲ ਸੰਬੰਧਿਤ ਕੁਝ ਵਿਚਾਰਾਂ ਆਪਸ ਵਿੱਚ ਸਾਂਝੀਆਂ ਕੀਤੀਆਂ ਜਾਣ। ਉਹ ਕਿਹੜੇ-ਕਿਹੜੇ ਪੱਖ ਹਨ ਜਾਂ ਕਿਹੜੇ-ਕਿਹੜੇ ਕਾਰਨ ਹਨ ਜਿਨ੍ਹਾਂ ਨੂੰ ਸਾਡੇ ਲਿਖਤੀ ਇਤਿਹਾਸ ਵਿੱਚ ਬਿਆਨ ਕੀਤਾ ਗਿਆ ਹੈ। ਜਿਹੜੇ ਕਾਰਨ ਉਪਜਦੇ ਰਹੇ, ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿੰਨਾ ਵਡੇਰਾ ਸੰਘਰਸ਼ ਆਪਣੇ ਜੀਵਨ ਕਾਲ ਵਿੱਚ ਕੀਤਾ ਹੈ, ਜੋ ਮਹਾਨ ਪਰਉਪਕਾਰ ਸਤਿਗੁਰੂ ਮਹਾਰਾਜ ਨੇ ਪੰਜਾਬ, ਸਮਾਜ, ਮਨੁੱਖਤਾ ਦੇ ਉੱਤੇ ਕੀਤੇ ਨੇ, ਉਹਨਾਂ ਪਰਉਪਕਾਰਾਂ ਨੂੰ ਲੈ ਕੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਘਾਲਣਾ ਘਾਲੀ, ਜੋ ਸੰਘਰਸ਼ ਕੀਤਾ, ਉਹ ਸੰਘਰਸ਼ ਸਤਿਗੁਰੂ ਮਹਾਰਾਜ ਨੂੰ ਕਰਦਿਆਂ ਹੋਇਆਂ ਕਿਹੜੀਆਂ ਔਂਕੜਾਂ, ਮੁਸ਼ਕਲਾਂ ਦਾ ਆਪਣੇ ਜੀਵਨ ਵਿੱਚ ਵੀ ਸਾਹਮਣਾ ਕਰਨਾ ਪਿਆ ਅਤੇ ਉਹ ਮੁਸ਼ਕਲਾਂ ਕਿਧਰੇ ਨਾ ਕਿਧਰੇ ਸਤਿਗੁਰੂ ਮਹਾਰਾਜ ਦੀ ਸ਼ਹਾਦਤ ਦਾ ਵੱਡਾ ਕਾਰਨ ਬਣਦੀਆਂ ਰਹੀਆਂ। ਸੋ ਉਹਨਾਂ ਸਭਨਾਂ ਪੱਖਾਂ ਦੇ ਉੱਤੇ ਆਪਾਂ ਸੰਖੇਪ ਜਿਹੀ ਵਿਚਾਰ ਚਰਚਾ ਕਰਨ ਦਾ ਯਤਨ ਕਰ ਰਹੇ ਹਾਂ। ਜਿੱਥੇ ਹੋਰ ਵੀਡੀਓਜ਼ ਦੇ ਵਿੱਚ ਆਪਾਂ ਇਹ ਕੋਸ਼ਿਸ਼ ਕੀਤੀ ਹੈ ਵੀ ਸਤਿਗੁਰੂ ਦੇ ਜੀਵਨ, ਮਹਾਰਾਜ ਦੀ ਸ਼ਹਾਦਤ ਦੇ ਉਹਨਾਂ ਪੱਖਾਂ ਨਾਲ ਸਾਂਝ ਬਣਾਈ ਜਾਏ, ਉੱਥੇ ਆਪਾਂ ਅੱਜ ਦੀ ਇਸ ਵਿਚਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਕਾਲ ਨਾਲ ਸੰਬੰਧਿਤ ਇੱਕ ਪੱਖ ਨੂੰ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੋ ਵੱਡੇ ਹੋਰ ਭਰਾਤਾ, ਪਹਿਲੇ ਸਨ ਬਾਬਾ ਪ੍ਰਿਥੀ ਚੰਦ ਜੀ, ਦੂਜੇ ਹਨ ਬਾਬਾ ਮਹਾਦੇਵ ਜੀ। ਪਿਤਾ ਗੁਰੂ ਰਾਮਦਾਸ ਮਹਾਰਾਜ, ਮਾਤਾ ਭਾਨੀ ਜੀ। ਸਭ ਤੋਂ ਵਡੇਰੇ ਪੁੱਤਰ ਦਾ ਜਨਮ, ਬਾਬਾ ਪ੍ਰਿਥੀ ਚੰਦ ਦਾ ਜਨਮ 1557 ਈਸਵੀ ਦੇ ਵਿੱਚ ਹੋਇਆ। ਇਸ ਤੋਂ 3 ਸਾਲ ਬਾਅਦ ਉਸ ਤੋਂ ਛੋਟੇ ਸਪੁੱਤਰ ਦਾ ਜਨਮ 1560 ਈਸਵੀ ਵਿੱਚ ਹੋਇਆ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਪ੍ਰਕਾਸ਼ ਬੀਬੀ ਭਾਨੀ ਜੀ ਦੀ ਕੁੱਖ ਤੋਂ 1563 ਈਸਵੀ ਵਿੱਚ ਹੋਇਆ। ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਉਮਰ ਵਿੱਚ 6 ਸਾਲ ਵਡੇਰੇ ਸਨ। ਬਾਬਾ ਮਹਾਦੇਵ ਜੀ 3 ਸਾਲ ਵਡੇਰੇ ਸਨ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਸਭ ਤੋਂ ਵਧੇਰੇ ਜ਼ਿਕਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਬਾਬਾ ਪ੍ਰਿਥੀ ਚੰਦ ਜੀ ਦਾ ਆਉਂਦਾ ਹੈ। ਸਭ ਤੋਂ ਘੱਟ ਜ਼ਿਕਰ ਬਾਬਾ ਮਹਾਦੇਵ ਜੀ ਦਾ ਆਉਂਦਾ ਹੈ। ਬਾਬਾ ਮਹਾਦੇਵ ਜੀ ਦੇ ਜੀਵਨ ਦਾ ਜ਼ਿਕਰ ਘੱਟ ਆਉਣ ਦੇ ਕੁਝ ਕੁ ਇਹੀ ਕਾਰਨ ਕਹੇ ਜਾ ਸਕਦੇ ਨੇ ਕਿ ਨਾ ਉਹਨਾਂ ਨੇ ਆਪਣੇ ਜੀਵਨ ਵਿੱਚ ਕੋਈ ਬਹੁਤ ਵੱਡਾ ਪ੍ਰਸ਼ੰਸਾਯੋਗ ਕਾਰਜ ਕੀਤਾ ਹੈ ਅਤੇ ਨਾ ਹੀ ਕੋਈ ਉਹਨਾਂ ਨੇ ਆਪਣੇ ਜੀਵਨ ਵਿੱਚ ਕੋਈ ਐਸਾ ਨਿਖੇਧੀਯੋਗ ਕਾਰਜ ਕੀਤਾ ਹੈ ਕਿ ਜਿਨ੍ਹਾਂ ਗੱਲਾਂ ਦੀ ਚਰਚਾ ਇਤਿਹਾਸ ਦੇ ਲਿਖਾਰੀਆਂ ਦੀ ਕਲਮ ਦਾ ਹਿੱਸਾ ਬਣਦੀ। ਉਹ ਇੱਕ ਆਮ ਸਧਾਰਨ ਵਿਅਕਤੀਆਂ ਵਾਂਗ ਆਪਣਾ ਜੀਵਨ ਬਤੀਤ ਕਰਦੇ ਰਹੇ। ਇਸ ਕਰਕੇ ਬਹੁਤ ਘੱਟ ਉਹਨਾਂ ਦੇ ਜੀਵਨ ਦੀ ਚਰਚਾ ਸਾਨੂੰ ਇਤਿਹਾਸ ਦੇ ਵਿੱਚੋਂ ਪੜ੍ਹਨ ਵਾਸਤੇ ਮਿਲਦੀ ਹੈ। ਸਭ ਤੋਂ ਵਧੇਰੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਉਹਨਾਂ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਦੇ ਜੀਵਨ ਬਾਰੇ, ਕਰਮਾਂ ਬਾਰੇ, ਕਰਤੱਵਾਂ ਬਾਰੇ ਸਾਨੂੰ ਇਤਿਹਾਸ ਵਿੱਚ ਪੜ੍ਹਨ ਵਾਸਤੇ ਮਿਲਦਾ ਹੈ। ਮੈਂ ਆਰੰਭ ਵਿੱਚ ਥੋੜ੍ਹਾ ਜਿਹਾ ਇਸ ਗੱਲ ਨੂੰ ਸਪਸ਼ਟ ਕਰਦਿਆਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਬਿਰਤਾਂਤ ਨੂੰ ਸਿਰਜਦਿਆਂ ਹੋਇਆਂ ਸਾਡੀਆਂ ਗੁਰਮੁਖੀ ਦੀਆਂ ਲਿਖਤਾਂ ਸਾਡੇ ਇਤਿਹਾਸਕਾਰਾਂ ਨੇ, ਕਿਉਂਕਿ ਬਹੁਤਾਤ ਵਿੱਚ ਸਾਡੀਆਂ ਲਿਖਤਾਂ ਕਾਵ ਰੂਪ ਵਿੱਚ ਲਿਖੀਆਂ ਗਈਆਂ ਨੇ। ਆਪਾਂ ਸਾਰੇ ਸਮਝਦੇ ਹਾਂ ਕਾਵ ਦੇ ਵਿੱਚ ਕਲਪਨਾ ਦੀ ਉਡਾਰੀ ਮਾਰਨ ਦੀ ਬੜੀ ਖੁੱਲ੍ਹ ਡੁੱਲ ਹੁੰਦੀ ਹੈ। ਇੱਕ ਘਟਨਾ ਨੂੰ ਕਈ ਸਫ਼ਿਆਂ ਦੇ ਉੱਤੇ ਉਕਰ ਦੇਣਾ, ਇਹ ਕਵੀਆਂ ਦੀ ਆਪਣੇ ਹੁਨਰ ਦੀ ਕਮਾਲ ਕਹੀ ਜਾ ਸਕਦੀ ਹੈ। ਪਰ ਇਸ ਵਿੱਚ ਕਈ ਵਾਰ ਇਤਿਹਾਸ ਦੀ ਕਈ ਤੱਥਾਂ ਨਾਲ ਅਨਿਆਏ ਵੀ ਹੋ ਜਾਂਦਾ ਹੈ, ਕਿਉਂਕਿ ਜਿੱਡਾ ਵੱਡਾ ਬਿਰਤਾਂਤ ਸਿਰਜਿਆ ਜਾਂਦਾ ਹੈ, ਜਿੱਡੀ ਲੰਬੀ ਚੌੜੀ ਕਹਾਣੀ ਜਾਂ ਪ੍ਰਸੰਗ ਸਿਰਜਿਆ ਜਾਂਦਾ ਹੈ,
ਉਹਦੇ ਵਿੱਚ ਹੋਰ ਕਈ ਗੱਲਾਂ ਵਾਰਤਾਲਾਪ ਐਡਜਸਟ ਕਰਨ ਦੇ ਵਜ੍ਹਾ ਕਰਕੇ, ਪਾਉਣ ਦੀ ਵਜ੍ਹਾ ਕਰਕੇ ਸੁਣਨ ਵਾਲੇ ਸਰੋਤੇ ਜਾਂ ਪੜ੍ਹਨ ਵਾਲੇ ਪਾਠਕ ਦੇ ਮਨ ਦੇ ਉੱਤੇ ਉਸ ਘਟਨਾ ਦੀ ਛਾਪ ਬੜੀ ਗਹਿਰੀ ਵਾਰਤਾਲਾਪ ਦੇ ਆਧਾਰਿਤ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਜੀਵਨ, ਗੁਰੂ ਅਰਜਨ ਸਾਹਿਬ ਜੀ ਦੇ ਬਾਬਤ ਲਿਖਿਆ ਹੋਇਆ ਕਵੀਆਂ ਦਾ ਜਾਂ ਹੋਰ ਲੋਕਾਂ ਦਾ ਪੜ੍ਹਦੇ ਹਾਂ ਤਾਂ ਬਾਬਾ ਪ੍ਰਿਥੀ ਚੰਦ ਜੀ ਦੇ ਜੀਵਨ ਦੀਆਂ ਘਟਨਾਵਾਂ ਬਹੁਤ ਵਿਸਥਾਰ ਸਹਿਤ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਸਾਖੀਆਂ ਵਿੱਚ ਲਿਖੀਆਂ ਨੇ। ਔਰ ਗੱਲ ਤਾਂ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਕਈ ਵਾਰ ਕਈ ਲਿਖਾਰੀਆਂ ਨੇ ਸਭ ਤੋਂ ਵੱਡਾ ਵਿਰੋਧੀ ਹੀ ਬਾਬਾ ਪ੍ਰਿਥੀ ਚੰਦ ਨੂੰ ਬਣਾ ਕੇ ਪੇਸ਼ ਕੀਤਾ। ਤੇ ਜਦੋਂ ਸਭ ਤੋਂ ਵੱਡਾ ਵਿਰੋਧੀ ਬਾਬਾ ਪ੍ਰਿਥੀ ਚੰਦ ਨੂੰ ਬਣਾ ਕੇ ਉਹਨੂੰ ਹੀ ਟਾਰਗੇਟ ਕਰ ਲਿਆ ਗਿਆ ਤਾਂ ਜਿਹੜੇ ਹੋਰ ਕਈ ਪੱਖ ਸਨ, ਜਿਵੇਂ ਸਖੀ ਸਰਵਰੀਆਂ ਦਾ ਪੱਖ ਸੀ, ਜਾਤ ਪਾਤ ਦਰਜਾਬੰਦੀ ਦਾ ਪੱਖ ਸੀ, ਨਕਸ਼ਬੰਦੀ ਫਿਰਕੇ ਵੱਲੋਂ ਨਿਭਾਏ ਗਏ ਰੋਲ ਦੀ ਚਰਚਾ ਸੀ, ਜਾਂ ਸਮੇਂ ਦੀ ਮੁਗਲ ਸ਼ਾਹੀ ਜਿਹੜੀ ਕਿ ਕਿਸੇ ਹੋਰ ਨੂੰ ਆਜ਼ਾਦਾਨਾ ਵਿਚਰਨ ਦਾ ਹੱਕ ਤੇ ਹਕੂਕ ਨਹੀਂ ਸੀ ਦਿੰਦੀ, ਉਹ ਤਾਨਾਸ਼ਾਹ ਸਰਕਾਰ ਦੇ ਜਿਹੜੇ ਪੱਖ ਸਨ, ਜਿਹੜੇ ਰਵੱਈਏ ਸਨ, ਜਾਂ ਸਮੇਂ ਦੀ ਉਹ ਇੱਕ ਲੌਬੀ, ਇੱਕ ਧਿਰ ਜਿਹੜੀ ਅਫਸਰਸ਼ਾਹੀ ਦੇ ਵਿੱਚ ਕੰਮ ਕਰਦੀ ਹੈ ਤੇ ਵਰਨ ਆਸ਼ਰਮ ਵਿਚਾਰਧਾਰਾ ਮਤ ਦੀ ਪੂਰਨ ਹਾਮੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਜਾਂ ਤਾਂ ਲੁਪਤ ਹੋ ਗਈਆਂ, ਇੱਕ ਖੂੰਜੇ ਲਾ ਦਿੱਤੀਆਂ ਗਈਆਂ, ਤੇ ਜਾਂ ਫਿਰ ਉਹਨਾਂ ਦੀ ਚਰਚਾ ਬੜੀ ਸੰਖੇਪ ਜਿਹੀ ਸਾਡੇ ਸਾਹਮਣੇ ਆਈ। ਤੋ ਐਸੇ ਕਵੀਆਂ ਨੂੰ ਜਾਂ ਐਸੇ ਲਿਖਾਰੀਆਂ ਨੂੰ ਪੜ੍ਹਦਿਆਂ ਕਈ ਵਾਰ ਮਨ ਵਿੱਚ ਇਹ ਖਿਆਲ ਉਮੜ ਆਉਂਦਾ ਹੈ, ਇਹ ਖਿਆਲ ਪੈਦਾ ਹੋ ਜਾਂਦਾ ਹੈ ਕਿ ਲਿਖਾਰੀਆਂ ਨੇ ਬਾਬਾ ਪ੍ਰਿਥੀ ਚੰਦ ਨੂੰ ਹੀ ਸਾਰੀਆਂ ਘਟਨਾਵਾਂ ਦਾ ਸਰਗਣਾ ਬਣਾ ਕੇ ਇਵੇਂ ਦੀ ਪੇਸ਼ਕਾਰੀ ਕਰ ਦਿੱਤੀ ਕਿ ਮਾਨੋ ਜਿਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਆਪਣੇ ਵੱਡੇ ਭਰਾਤਾ ਨਾਲ ਜਾਂ ਵੱਡੇ ਭਰਾਤਾ ਦੀ ਗੁਰੂ ਅਰਜਨ ਸਾਹਿਬ ਨਾਲ, ਜਾਨੀ ਕਿ ਇਹ ਸਾਰੀ ਦੀ ਸਾਰਾ ਸੰਘਰਸ਼ ਜਿਹੜਾ ਇੱਕ ਘਰੇਲੂ ਤੇ ਪਰਿਵਾਰਕ ਬਣਾ ਦਿੱਤਾ ਗਿਆ। ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦੇ ਵੱਡੇ ਕਾਰਨਾਂ ਵਿੱਚ ਵੀ ਪ੍ਰਿਥੀ ਚੰਦ ਨੂੰ ਸ਼ਾਮਲ ਕਰਕੇ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਸਿਰਜ ਦਿੱਤਾ ਗਿਆ ਕਿ ਮਾਨੋ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਕਿਸੇ ਬਹੁਤ ਵੱਡੇ ਸੰਕਲਪ ਜਾਂ ਬਹੁਤ ਵੱਡੇ ਕਾਰਨਾਂ ਕਰਕੇ ਨਹੀਂ, ਬਲਕਿ ਇੱਕ ਪਰਿਵਾਰਕ ਮਤਭੇਦ, ਵਿਰੋਧਤਾਈਆਂ ਤੇ ਪਰਿਵਾਰਕ ਕਲੇਸ਼ ਕਰਕੇ ਹੋਈ ਹੈ। ਇਸ ਸਮੁੱਚੇ ਨੁਕਤਾ ਨਿਗਾਹ ਦੇ ਉੱਤੇ, ਇਸ ਸਮੁੱਚੇ ਵਰਤਾਰੇ ਤੇ ਸਾਡਾ ਆਪਣਾ ਨੁਕਤਾ ਨਿਗਾਹ ਇਹ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬੜੇ ਵੱਡੇ ਅਰਥ ਰੱਖਦੀ ਹੈ। ਉਹਦੇ ਬੜੇ ਵੱਡੇ ਉੱਚੇ ਪੱਧਰ ਦੇ ਕਾਰਨ ਬਣੇ, ਬਹੁਤ ਖਾਸ ਤੇ ਵੱਡੀਆਂ ਧਿਰਾਂ ਅਤੇ ਵਿਚਾਰਧਾਰਕ ਵੱਡੇ ਟਕਰਾਅ ਉਹਦੇ ਵਿੱਚ ਸ਼ਾਮਲ ਸਨ, ਨਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੀ ਵਜ੍ਹਾ ਕੋਈ ਪਰਿਵਾਰਕ ਝਗੜਾ ਜਾਂ ਪਰਿਵਾਰਕ ਮਤਭੇਦ ਜਾਂ ਪਰਿਵਾਰਕ ਵਿਰੋਧਤਾ ਹੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖੀਏ ਵੀ ਸੰਸਾਰ ਵਿਚਾਰਾਂ ਦਾ ਟਕਰਾਓ, ਸੁਭਾਵਾਂ ਦੇ ਟਕਰਾਓ ਦਾ ਪੇੜ ਹੈ। ਇੱਕ ਪਰਿਵਾਰ ਵਿੱਚ ਹੀ ਕਈ ਵਾਰ ਆਪਸ ਵਿੱਚ ਸੁਭਾਅ ਤੇ ਵਿਚਾਰ ਨਾ ਰਲਣ ਕਰਕੇ ਮਤਭੇਦ ਪੈਦਾ ਹੋ ਜਾਂਦੇ ਨੇ, ਤੇ ਕਈ ਵਾਰ ਮਤਭੇਦ ਵਿਰੋਧਤਾ ਦਾ ਰੁਖ ਵੀ ਧਾਰਨ ਕਰ ਲੈਂਦੇ ਨੇ, ਉਹ ਆਪਸੀ ਟਕਰਾਅ ਦਾ ਰੂਪ ਵੀ ਧਾਰਨ ਕਰ ਲੈਂਦੇ ਨੇ। ਪਰ ਸਾਡੇ ਵਾਸਤੇ ਸਮਝਣਾ ਬੜਾ ਲਾਜ਼ਮੀ ਹੁੰਦਾ ਵੀ ਕੋਈ ਵਿਰੋਧ ਕਿੰਨੇ ਕੁ ਪੱਧਰ ਤੱਕ ਹੋ ਸਕਿਆ, ਕੋਈ ਮਤਭੇਦ ਕਿੰਨਾ ਕੁ ਆਪਸੀ ਰੰਜਿਸ਼ ਦਾ ਰੂਪ ਧਾਰਨ ਕਰ ਸਕਿਆ, ਉਹਦੀ ਹੱਦ ਕੀ ਹੈ, ਉਹਦੀ ਸੀਮਾ ਕੀ ਹੈ ਵਿਰੋਧ ਦੀ। ਵਿਰੋਧ ਦਾ ਆਖਰ ਕੋਈ ਤਾਂ ਪੱਧਰ ਹੋਏਗਾ ਨਾ। ਅਸੀਂ ਇੱਕ ਪਰਿਵਾਰਕ ਲੜਾਈ ਨੂੰ ਇੱਕ ਰਾਜਨੀਤਿਕ ਪੋਲੀਟੀਕਲ ਲੜਾਈ ਤਾਂ ਨਹੀਂ ਬਣਾ ਸਕਦੇ, ਉਹਦੇ ਪਿੱਛੇ ਵੀ ਕੁਝ ਕਾਰਨ ਲੁਪਤ ਹੋਣਗੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਨਮੁਖ ਰੱਖਦਿਆਂ, ਧਿਆਨ ਵਿੱਚ ਰੱਖਦਿਆਂ, ਜਿਸ ਵੇਲੇ ਅਸੀਂ ਬਾਬਾ ਪ੍ਰਿਥੀ ਚੰਦ ਜੀ ਦੇ ਜੀਵਨ ਮੁਤਲਕ ਸੰਬੰਧ ਵਿੱਚ ਇਤਿਹਾਸ ਦੇ ਪੰਨਿਆਂ ਤੇ ਚਰਚਾ ਕਰਦੇ ਹਾਂ ਤਾਂ ਸਾਡੇ ਲਈ ਇਹ ਧਿਆਨ ਰੱਖਣਾ ਬੜਾ ਲਾਜ਼ਮੀ ਤੇ ਜ਼ਰੂਰੀ ਹੈ। ਪਹਿਲਾ ਖਿਆਲ ਇਹ ਆਪਣੀ ਸੁਰਤ ਵਿੱਚ ਟਿਕਾ ਲੈਣਾ ਚਾਹੀਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਕਿਸੇ ਪਰਿਵਾਰਕ ਵਿਰੋਧਤਾ ਜਾਂ ਪਰਿਵਾਰਕ ਕਲੇਸ਼ ਕਰਕੇ ਨਹੀਂ ਹੋਈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬੜੇ ਵੱਡੇ ਅਰਥ ਇਤਿਹਾਸ ਵਿੱਚ ਰੱਖਦੀ ਹੈ,
ਬੜੀਆਂ ਵੱਡੀਆਂ ਤਾਕਤਵਰ ਧਿਰਾਂ ਉਹਦੇ ਵਿੱਚ ਸ਼ਾਮਲ ਸਨ ਔਰ ਬਹੁਤ ਵੱਡੇ ਕਾਰਨਾਂ ਕਰਕੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਔਰ ਇਸ ਘਟਨਾ ਨੂੰ ਉਹਨਾਂ ਧਿਰਾਂ ਨੇ ਅੰਜਾਮ ਦਿੱਤਾ। ਸੰਖੇਪ ਵਿੱਚ ਆਪਾਂ ਬਾਬਾ ਪ੍ਰਿਥੀ ਚੰਦ ਦਾ ਜੋ ਘਟਨਾਵਾਂ ਵਿੱਚ ਸ਼ਮੂਲੀਅਤ ਹੈ ਉਹ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚ ਆਉਂਦੀ ਇੱਕਾ ਦੁੱਕਾ ਘਟਨਾਵਾਂ ਦੀ ਆਪਾਂ ਇਸ ਜਗ੍ਹਾ 'ਤੇ ਗੱਲ ਕਰਨ ਦਾ ਯਤਨ ਕਰਦੇ ਹਾਂ। ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਤੋਂ ਜਿਵੇਂ ਮੈਂ ਦੱਸਿਆ ਕਿ 6 ਸਾਲ ਉਮਰ ਵਿੱਚ ਵਡੇਰੇ ਸਨ। ਸਾਖੀਕਾਰਾਂ ਨੇ ਇੱਕ ਬਿਰਤਾਂਤ ਸਿਰਜਿਆ। ਬਿਰਤਾਂਤ ਵਿੱਚ ਉਹ ਦੱਸਦੇ ਨੇ ਕਿ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਈ ਜ਼ਿੰਮੇਵਾਰੀਆਂ ਬਾਬਾ ਪ੍ਰਿਥੀ ਚੰਦ ਨੂੰ ਗੁਰੂ ਦਰਬਾਰ ਦੀਆਂ ਸੰਗਤੀ ਰੂਪ ਵਿੱਚ ਕੁਝ ਐਸੀਆਂ ਜ਼ਿੰਮੇਵਾਰੀਆਂ ਸੌਂਪਦੇ ਸਨ ਅਤੇ ਸਾਖੀਕਾਰਾਂ ਦੇ ਔਰ ਲੇਖਕਾਂ ਦੇ ਬਿਰਤਾਂਤ ਮੁਤਾਬਕ ਬਾਬਾ ਪ੍ਰਿਥੀ ਚੰਦ ਉਹ ਜ਼ਿੰਮੇਵਾਰੀਆਂ ਨਿਭਾਉਂਦੇ, ਉਹ ਕਾਰਜ ਵੀ ਕਰਦੇ। ਸੁਭਾਵਕ ਹੈ ਦੁਨੀਆਦਾਰੀ ਦੇ ਉਹਨਾਂ ਵਿੱਚ ਚੰਗੇ ਗੁਣ ਸਨ, ਕਿਉਂਕਿ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਸਾਡੇ ਲਈ ਬੜਾ ਲਾਹੇਵੰਦ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਤੋਂ 6 ਸਾਲ ਉਮਰ ਵਿੱਚ ਵੱਡੇ ਹੋਣ ਕਰਕੇ ਬਾਬਾ ਪ੍ਰਿਥੀ ਚੰਦ ਜੀ ਨੂੰ ਸਭ ਤੋਂ ਵਧੇਰੇ ਮੌਕਾ ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਪਿਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਵਿਚਰਨ ਦਾ ਮਿਲਿਆ। ਹੋਰ ਵੀ ਬਹੁਤ ਮੁਖੀ ਸਿੱਖਾਂ ਦਾ ਸੰਗ ਸਾਥ ਉਹਨਾਂ ਨੇ ਮਾਣਿਆ। ਔਰ ਇਹ ਵੀ ਹੈ ਕਿ ਉਹੀ ਮਾਹੌਲ, ਉਹੀ ਪਰਿਵਾਰ, ਉਹੀ ਸਿੱਖਿਆ, ਉਹੀ ਸਾਰਾ ਕੁਝ ਬਾਬਾ ਪ੍ਰਿਥੀ ਚੰਦ ਨੂੰ ਵੀ ਮਿਲਿਆ, ਸਗੋਂ ਵੱਧ ਸਮਾਂ ਮਿਲਿਆ ਜਿੰਨਾ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਿਲਿਆ। ਜਦੋਂ ਭੱਟ ਕਲਸਹਾਰ ਸਾਹਿਬ ਆਪਣੇ ਸਵਈਏ ਵਿੱਚ ਇਹ ਲਿਖਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤਾਂ ਉਹ ਗੁਰਮਤ ਔਰ ਉਸ ਗੁਰਮਤ ਦਾ ਮਾਹੌਲ ਬਾਬਾ ਪ੍ਰਿਥੀ ਚੰਦ ਜੀ ਨੂੰ ਵੀ ਉਵੇਂ ਹੀ ਪ੍ਰਾਪਤ ਹੋਇਆ। ਪਰ ਇਸ ਗੁਰਮਤ ਦੇ ਮਾਹੌਲ ਵਿੱਚ ਭਾਵੇਂ ਮਾਹੌਲ ਇੱਕੋ ਜਿਹਾ ਹੈ, ਇਹ ਮਾਹੌਲ ਦੇਣ ਵਾਲੀਆਂ ਮਹਾਨ ਸ਼ਖਸੀਅਤਾਂ ਇੱਕੋ ਜਿਹੀਆਂ ਨੇ। ਸੰਗਤ ਔਰ ਉਹ ਗੁਰਸਿੱਖਾਂ ਦੀ ਜਿਹੜੀ ਸੋਹਬਤ ਅਤੇ ਸੰਗਤ ਹੈ ਉਹ ਇੱਕੋ ਜਿਹੀ ਹੈ, ਪਰ ਇਫੈਕਟ ਦੋਵਾਂ ਦੇ ਜੀਵਨ ਉੱਤੇ ਵੱਖਰਾ ਵੱਖਰਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਘਟਾ ਕੇ ਜੀ ਕੇ ਵੇਖਿਆ। ਬਾਬਾ ਪ੍ਰਿਥੀ ਚੰਦ ਜੀ ਨੇ ਉਸ ਸਾਰੇ ਮਾਹੌਲ ਤੋਂ ਸਿੱਖਿਆ ਤੇ ਬਹੁਤ ਕੁਝ ਹੋਏਗਾ, ਜਾਣਕਾਰੀ ਬਹੁਤ ਲਈ, ਪਰ ਉਹਨਾਂ ਦੀ ਸੁਰਤ ਦਾ ਵਹਾਓ ਕੁਝ ਵੱਖਰੇ ਪੱਧਰ ਦਾ ਹੈ। ਜਿਵੇਂ ਆਪਾਂ ਵੇਖਦੇ ਨਾ, ਬੀਜ ਕਿੰਨਾ ਵੀ ਚੰਗਾ, ਇੱਕੋ ਹੀ ਬੀਜ, ਇੱਕੋ ਜਿਹਾ ਹੀ ਬੀਜ ਔਰ ਵੱਖਰੀ ਵੱਖਰੀ ਜ਼ਮੀਨ ਵਿੱਚ ਬੀਜਿਆ ਜਾਏ, ਇੱਕ ਜ਼ਮੀਨ ਚੰਗੀ ਉਪਜਾਊ ਹੋਵੇ, ਦੂਜੀ ਜ਼ਮੀਨ ਕੱਲਰ ਵਾਲੀ ਜਾਂ ਬੰਜਰ ਹੋਵੇ। ਹੁਣ ਬੀਜ ਉੱਗਣ ਦੀ ਤਾਕਤ ਰੱਖਦਾ ਹੈ, ਬੀਜ ਇੱਕੇ ਜਗ੍ਹਾ ਤੋਂ ਆਇਆ ਹੈ, ਬੀਜ ਦੀ ਕੁਆਲਿਟੀ ਇੱਕੋ ਜਿਹੀ ਹੈ, ਪਰ ਵੱਖ-ਵੱਖ ਜ਼ਮੀਨਾਂ ਦਾ ਵੱਖ-ਵੱਖ ਸੁਭਾਅ ਹੋਣ ਕਰਕੇ ਉਹ ਬੀਜ ਇੱਕ ਜਗ੍ਹਾ 'ਤੇ ਪ੍ਰਫੁੱਲਤ ਹੋ ਜਾਂਦਾ ਹੈ ਅਤੇ ਦੂਜੀ ਜਗ੍ਹਾ 'ਤੇ ਉੱਗਦਾ ਹੀ ਨਹੀਂ। ਅਤੇ ਕਈ ਐਸੀਆਂ ਜ਼ਮੀਨਾਂ ਜਿੱਥੇ ਬੀਜ ਉੱਗਦਾ ਵੀ ਹੈ ਪਰ ਭਰਵੀਂ ਫਸਲ ਨਹੀਂ ਹੁੰਦੀ। ਤਾਂ ਇਹਦਾ ਮਤਲਬ ਹੈ ਕਿ ਬੀਜ ਦਾ ਹੀ ਮੁਕੰਮਲ ਹੋਣਾ ਕਾਫੀ ਨਹੀਂ ਹੁੰਦਾ। ਅੱਗੇ ਜ਼ਮੀਨ ਕਿਹੋ ਜਿਹੀ ਹੈ, ਮਿੱਟੀ ਕਿਹੋ ਜਿਹੀ ਹੈ, ਵੱਤਰ ਕਿਹੋ ਜਿਹਾ ਹੈ, ਇਹ ਸਾਰਾ ਕੁਝ ਵੀ ਬੜਾ ਕੁਝ ਧਿਆਨ ਮੰਗਦਾ ਹੈ। ਬੀਜ ਵਾਸਤੇ ਜ਼ਮੀਨ ਦਾ ਹੋਣਾ, ਵੱਤਰ ਦਾ ਹੋਣਾ, ਮੌਸਮ ਦਾ ਹੋਣਾ, ਕਈ ਕਾਰਨ ਬਣਦੇ ਨੇ। ਫਿਰ ਉਹਨਾਂ ਸਾਰੇ ਕਾਰਨਾਂ ਨੂੰ ਰਲਾ ਕੇ ਹੀ ਇੱਕ ਭਰਵੀਂ ਤੇ ਚੰਗੀ ਫਸਲ, ਉਪਜਾਊ ਫਸਲ ਪੈਦਾ ਹੁੰਦੀ ਹੈ। ਸੋ ਗੁਰਮਤ ਤੇ ਇੱਕੋ ਜਿਹੀ ਹੈ, ਉਹ ਬਾਬਾ ਪ੍ਰਿਥੀ ਚੰਦ ਲਈ ਵੀ ਇੱਕੋ ਜਿਹੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਲਈ ਵੀ ਇੱਕੋ ਜਿਹੀ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਸੁਰਤ ਭੂਮੀ ਦੇ ਵਿੱਚ ਗੁਰੂ ਸ਼ਬਦ ਦਾ ਬੀਜ ਬੀਜਿਆ ਅਤੇ ਉਸ ਨੂੰ ਆਪਣੇ ਜੀਵਨ 'ਚ ਘਟਾ ਕੇ, ਜੀ ਕੇ, ਅਨੁਭਵ ਕਰਕੇ, ਮਾਣ ਕੇ ਵੇਖਿਆ। ਬਾਬਾ ਪ੍ਰਿਥੀ ਚੰਦ ਉਸ ਕਦਰ ਉਹਨੂੰ ਨਹੀਂ ਮਾਣ ਸਕੇ। ਇਸੇ ਲਈ ਸਾਖੀਕਾਰਾਂ ਨੇ ਲਿਖਿਆ ਕਿ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੇ ਆਪਣੀ ਜੋਤ ਜੁਗਤ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਸਭ ਤੋਂ ਛੋਟੇ ਸਾਹਿਬਜ਼ਾਦੇ ਅਰਜਨ ਸਾਹਿਬ ਮਹਾਰਾਜ ਨੂੰ ਬਖਸ਼ ਕੀਤੀ ਔਰ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਰੂਪ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇ ਕੇ ਸਤਿਗੁਰੂ ਜੀ ਜੋਤੀ ਜੋਤ ਸਮਾਏ। ਹੁਣ ਸੰਸਾਰਕ ਤੌਰ 'ਤੇ ਬਾਬਾ ਪ੍ਰਿਥੀ ਚੰਦ ਵਿੱਚ ਬੜੇ ਚੰਗੇ ਗੁਣ ਨੇ, ਉਹ ਪ੍ਰਬੰਧਕ ਨੇ, ਦੁਨੀਆਦਾਰੀ ਨਿਭਾਉਣ ਵਾਲੇ ਹੋ ਸਕਦੇ ਨੇ, ਪਰ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਹ ਮਹਿਸੂਸ ਹੋਇਆ, ਇਹ ਅਨੁਭਵ ਉਹਨਾਂ ਨੇ ਕੀਤਾ ਕਿ
ਦੂਰ ਅੰਦੇਸ਼ ਆਗੂ ਵਾਲੇ ਗੁਣ ਬਾਬਾ ਪ੍ਰਿਥੀ ਚੰਦ ਵਿੱਚ ਨਹੀਂ ਹਨ, ਕਿਉਂਕਿ ਗੁਰੂ ਸਾਹਿਬ ਨੇ, ਗੁਰੂ ਨਾਨਕ ਮਹਾਰਾਜ ਨੇ ਆਪਣਾ ਉੱਤਰਾਧਿਕਾਰੀ ਭਾਈ ਲਹਿਣਾ ਜੀ ਨੂੰ ਚੁਣ ਕੇ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਥਾਪਿਆ ਲਹਿਣਾ ਜੀਵਨ ਦਾ ਗੁਰ ਆਈ ਸਿਰ ਛਤਰ ਫਿਰਾਇਆ, ਭਾਈ ਗੁਰਦਾਸ ਜੀ ਲਿਖਦੇ ਨੇ। ਜਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਾਬਾ ਅਮਰਦਾਸ ਸਾਹਿਬ ਜੀ ਨੂੰ ਚੁਣਿਆ, ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ ਚੁਣ ਕੇ ਗੁਰੂ ਰਾਮਦਾਸ ਸਾਹਿਬ ਦੇ ਰੂਪ ਵਿੱਚ ਥਾਪਿਆ। ਸਤਿਗੁਰੂ ਦੀ ਚੋਣ ਦਾ ਆਪਣਾ ਪੈਮਾਨਾ ਹੈ। ਮਹਾਰਾਜ ਨੂੰ ਜਿਹੜਾ ਸਭ ਤੋਂ ਅਗੇਰੇ ਨਜ਼ਰ ਆਇਆ, ਜਿਸ ਉੱਤੇ ਸਤਿਗੁਰੂ ਆਪ ਰੀਝ ਗਏ, ਜਿਸ ਉੱਤੇ ਸਤਿਗੁਰੂ ਆਪ ਸੰਤੁਸ਼ਟ ਹੋ ਗਏ, ਜਿਸ ਉੱਤੇ ਸਤਿਗੁਰੂ ਆਪ ਰਾਜ਼ੀ ਹੋ ਗਏ, ਜੋ ਸਤਿਗੁਰੂ ਮਹਾਰਾਜ ਨੂੰ, ਕਿਉਂਕਿ ਚੋਣ ਕਰਤਾ ਗੁਰੂ ਜੀ ਆਪ ਨੇ, ਚੋਣ ਕਰਨ ਵਾਲੇ ਪਾਤਸ਼ਾਹ ਆਪ ਨੇ, ਉੱਥੇ ਕਿਸੇ ਦੀ ਸਲਾਹ ਨਹੀਂ, ਉੱਥੇ ਕੋਈ ਬਹੁ ਗਿਣਤੀ ਜਾਂ ਘੱਟ ਗਿਣਤੀ ਦਾ ਕੋਈ ਸ਼ੋਰ ਨਹੀਂ, ਉੱਥੇ ਚੋਣ ਗੁਰੂ ਪਾਤਸ਼ਾਹਾਂ ਨੇ ਆਪ ਕੀਤੀ ਹੈ। ਔਰ ਜਿਹੜਾ ਵੀ ਵਿਅਕਤੀ ਗੁਰੂ ਸਾਹਿਬ ਮਹਾਰਾਜ ਨੂੰ, ਜਿਹੜੀ ਸ਼ਖਸੀਅਤ ਭਾਈ ਮਹਾਰਾਜ ਨੇ ਉਹਨਾਂ ਨੂੰ ਹੀ ਆਪਣੀ ਜਗ੍ਹਾ ਦੇ ਉੱਤੇ ਚੁਣਿਆ, ਕਿਉਂਕਿ ਪੈਮਾਨਾ ਗੁਰੂ ਦਾ ਆਪਣਾ ਹੈ, ਫੈਸਲਾ ਗੁਰੂ ਦਾ ਆਪਣਾ ਹੈ। ਗੁਰੂ ਦੇ ਫੈਸਲੇ ਨੂੰ ਮੰਨ ਲੈਣਾ ਹੀ ਗੁਰਸਿੱਖੀ ਹੈ, ਭਾਵੇਂ ਉਹ ਫਿਲੋਸਫੀਕਲ ਹੋਵੇ ਤੇ ਭਾਵੇਂ ਉਹ ਸੰਸਾਰਕ ਪੱਧਰ ਤੇ ਜਥੇਬੰਦਕ ਫੈਸਲਾ ਹੋਵੇ। ਤੋ ਸਿੱਖੀ ਦਾ ਇਹ ਨਿਯਮ ਹੈ ਕਿ ਗੁਰੂ ਦੇ ਹਰ ਇੱਕ ਫੈਸਲੇ ਨੂੰ ਸੱਤ ਕਰਕੇ ਸਿੱਖ ਸੰਗਤ ਮੰਨਦੀ ਆਈ ਹੈ, ਔਰ ਐਸਾ ਫੈਸਲਾ ਮੰਨਣ ਵਾਲਾ ਹੀ ਸਿੱਖੀ ਦੇ ਮੰਡਲ ਵਿੱਚ ਥਾਂ ਪਾਉਣ ਦਾ ਅਧਿਕਾਰੀ ਮੰਨਿਆ ਜਾਂਦਾ ਹੈ। ਸੋ ਗੁਰੂ ਰਾਮਦਾਸ ਮਹਾਰਾਜ ਨੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੂੰ ਚੁਣਿਆ। ਸੁਭਾਵਕ ਹੈ ਬਾਬਾ ਪ੍ਰਿਥੀ ਚੰਦ ਜੀ ਬਹੁਤੇ ਦੂਰ ਅੰਦੇਸ਼ ਆਗੂ ਨਹੀਂ ਸਨ। ਉਹਨਾਂ ਦੇ ਜੀਵਨ ਵਿੱਚ ਕੁਝ ਖਾਮੀਆਂ ਮਹਾਰਾਜ ਨੇ ਵੇਖੀਆਂ, ਗੁਰੂ ਰਾਮਦਾਸ ਸਾਹਿਬ ਨੇ, ਵੀ ਇਹ ਲਾਈ ਲੱਗ ਸੁਭਾਅ ਦੇ ਮਾਲਕ ਹਨ, ਜਾਂ ਇਉਂ ਕਹਿ ਲਓ ਵੀ ਕਾਲੇ ਸੁਭਾਅ ਦੇ ਮਾਲਕ ਹਨ, ਜਾਂ ਇਹਨਾਂ ਨੂੰ ਆਪਣਾ ਨਿੱਜੀ ਤੌਰ ਉੱਤੇ ਆਪਣੇ ਨਿੱਜੀ ਜੀਵਨ ਵਿੱਚ ਜ਼ਿਆਦਾ ਦਿਲਚਸਪੀ ਹੈ। ਜਥੇਬੰਦਕ ਅਸੂਲਾਂ ਦੀ ਉਸ ਕਦਰ ਉਹ ਪਾਲਣਾ ਨਹੀਂ ਕਰਦੇ ਜਿਨ੍ਹਾਂ ਦੀ ਮੰਗ, ਜਿਹੜੀ ਰਿਕੁਆਇਰਮੈਂਟ ਸਿੱਖੀ ਅਸੂਲ ਜਾਂ ਸਿੱਖ ਜਥੇਬੰਦੀ ਮੰਗਦੀ ਹੈ। ਉਹ ਇੰਨੇ ਦੂਰ ਅੰਦੇਸ਼ ਨਹੀਂ ਕਿ ਜਥੇਬੰਦਕ ਢੰਗ ਨਾਲ ਸਿੱਖ ਸੰਗਤ ਨੂੰ ਉਹੋ ਜਿਹੀ ਅਗਵਾਈ ਬਖਸ਼ ਸਕਣ ਜੋ ਟੀਚੇ ਗੁਰੂ ਨਾਨਕ ਮਹਾਰਾਜ ਨੇ ਮਿੱਥੇ ਨੇ ਉਹਨਾਂ ਨੂੰ ਸਰ ਕੀਤਾ ਜਾ ਸਕੇ। ਸੋ ਬਹੁਤ ਕੁਝ ਹੈ, ਇਹਦੀ ਬੜੀ ਲੰਬੀ ਚੌੜੀ ਵਿਆਖਿਆ ਕੀਤੀ ਜਾ ਸਕਦੀ ਹੈ। ਤੋ ਸਾਡੇ ਤਾਰੀਖਦਾਨਾਂ ਨੇ ਇੱਕ ਲਾਈਨ ਲਿਖ ਕੇ ਕਿ ਗੋਇੰਦਵਾਲ ਦੀ ਧਰਤੀ ਤੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ, ਇੱਥੇ ਕਿਉਂਕਿ ਪੰਜਾਬ ਦਾ ਇੱਕ ਦਸਤੂਰ ਰਿਹਾ ਵੀ ਪਿਤਾ ਦੇ ਚਲਾਣੇ ਤੋਂ ਬਾਅਦ ਜਿਹੜਾ ਘਰ ਦਾ ਵਡੇਰਾ ਹੋਵੇ, ਖਾਸ ਤੌਰ ਤੇ ਵੱਡਾ ਪੁੱਤਰ ਹੋਵੇ, ਉਹਨੂੰ ਆਪਣੇ ਪਿਤਾ ਦੀ ਥਾਂ ਦੇ ਉੱਤੇ ਪਰਿਵਾਰ ਦੀਆਂ, ਰਿਸ਼ਤੇਦਾਰੀ ਦੀਆਂ, ਸਮਾਜ ਦੀਆਂ, ਆਲੇ ਦੁਆਲੇ ਦੇ ਭਾਈਚਾਰੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਫੈਮਿਲੀ ਚੋਂ, ਪਰਿਵਾਰ ਚੋਂ ਚੁਣਿਆ ਜਾਂਦਾ ਅਤੇ ਉਹਨੂੰ ਆਪਣੇ ਪਿਤਾ ਦੀ ਥਾਂ ਵੱਡਾ ਸਮਝ ਕੇ ਫਿਰ ਪਰਿਵਾਰ ਜਿਹੜਾ ਉਹਨੂੰ ਉਹ ਸਮਾਜ ਦੀਆਂ, ਪਰਿਵਾਰ ਭਾਈਚਾਰਕ ਜ਼ਿੰਮੇਵਾਰੀਆਂ ਦਾ ਮੋਹਰੀ ਕਰਦਾ। ਤਾਂ ਉਹਦੇ ਲਈ ਇੱਕ ਉਹਨੂੰ ਦਸਤਾਰ ਦਿੱਤੀ ਜਾਂਦੀ। ਦਸਤਾਰ ਸਤਿਕਾਰ ਭੇਟ ਕਰਨ ਦਾ ਚਿੰਨ੍ਹ ਵੀ ਹੈ, ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ, ਆਦਰ ਦਾ ਪ੍ਰਤੀਕ ਵੀ ਹੈ। ਸੋ ਉੱਥੇ ਜ਼ਿਕਰ ਕੀਤਾ ਕਿ ਜਿਹੜੀ ਗੁਰਿਆਈ ਦੀ ਦਸਤਾਰ ਹੈ, ਭਾਵ ਜਿਹੜੀ ਸਿੱਖ ਜਥੇਬੰਦੀ, ਸਿੱਖ ਪੰਥ ਦੀ ਅਗਵਾਈ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਦਸਤਾਰ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਗਈ। ਜਿਹੜੀ ਪਰਿਵਾਰਕ ਸੰਸਾਰਕ ਹੋਰ ਜ਼ਿੰਮੇਵਾਰੀਆਂ ਦੀ ਗੱਲ ਸੀ, ਉਹ ਪਰਿਵਾਰ ਦੇ ਵਡੇਰੇ ਹੋਣ ਕਰਕੇ ਬਾਬਾ ਪ੍ਰਿਥੀ ਚੰਦ ਨੂੰ ਦਿੱਤੀ ਗਈ। ਸੋ ਇਹਦਾ ਭਾਵ ਹੈ ਕਿ ਤਾਰੀਖਦਾਨਾਂ ਨੇ ਮੰਨਿਆ ਵੀ ਬਾਬਾ ਪ੍ਰਿਥੀ ਚੰਦ ਪਰਿਵਾਰਕ ਜ਼ਿੰਮੇਵਾਰੀ ਨਿਭਾ ਸਕਦੇ ਨੇ। ਉਹ ਹੋਰ ਦੁਨੀਆਦਾਰੀ ਦੇ ਜਿਹੜੇ ਪਰਿਵਾਰਕ ਕੰਮ ਨੇ, ਭਾਈਚਾਰਕ ਕੰਮ ਨੇ, ਰਿਸ਼ਤੇਦਾਰੀਆਂ ਦੇ ਕੰਮ ਨੇ, ਉਹਨਾਂ ਵਿੱਚ ਤਾਂ ਉਹ ਪਰਫੈਕਟ ਨੇ, ਉਹ ਨਿਭਾ ਸਕਦੇ ਨੇ। ਪਰ ਜਿੱਥੋਂ ਤੱਕ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਗ੍ਹਾ ਦੇ ਉੱਤੇ ਬੈਠ ਕੇ ਉਸ ਜੋਤ ਜੁਗਤ ਦੇ ਵਾਰਸ ਬਣ ਕੇ ਉਸ ਪੱਧਰ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਹੈ, ਜਾਂ ਗੁਰੂ ਪਦਵੀ ਤੇ ਸੁਸ਼ੋਭਿਤ ਹੋਣ ਵਾਲੀ ਗੱਲ ਹੈ, ਉਹ ਕੇਵਲ ਗੁਰੂ ਰਾਮਦਾਸ ਸਾਹਿਬ ਦੇ ਫੈਸਲੇ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਹੀ ਨਿਭਾ ਸਕਦੇ ਨੇ। ਸੋ ਇਸ ਤੋਂ ਬਾਅਦ ਇੱਕ ਦੌਰ ਸ਼ੁਰੂ ਹੁੰਦਾ ਹੈ। ਸਾਖੀਕਾਰਾਂ ਦੇ ਕਥਨ ਜਾਂ ਇਤਿਹਾਸਕਾਰਾਂ ਦੇ ਬਿਰਤਾਂਤ ਮੁਤਾਬਕ ਕਿ ਬਾਬਾ ਪ੍ਰਿਥੀ ਚੰਦ ਜੀ ਕੁਝ ਨਿੱਜੀ ਵਿਰੋਧਤਾ ਉੱਪਰ ਵੀ ਉਤਰਦੇ ਨੇ।
ਉਹਨਾਂ ਦੀ ਇਹ ਵਿਰੋਧਤਾ ਪਰਿਵਾਰਕ ਹੈ, ਨਿੱਜੀ ਹੈ। ਉਹ ਵਿਰੋਧਤਾ ਉਹਨਾਂ ਦੀ ਆਪਣੀ ਨਿੱਜੀ ਪੋਜੀਸ਼ਨ ਨੂੰ ਲੈ ਕੇ ਹੈ, ਔਰ ਉਹ ਕੋਸ਼ਿਸ਼ ਕਰਦੇ ਨੇ ਵੀ ਸੰਗਤ ਵਿੱਚ ਜਿੱਥੇ ਜਿੱਥੇ ਵੀ ਸਿੱਖ ਸੰਗਤ ਹੈ, ਉਸ ਸੰਗਤ ਵਿੱਚ ਉਹਨਾਂ ਦਾ ਅਸਰ, ਰਸੂਖ ਤੇ ਪ੍ਰਭਾਵ ਵਧੇਰੇ ਬਣੇ। ਇਸ ਚੀਜ਼ ਲਈ ਕਈ ਵਾਰ ਉਹ ਆਪਣੀ ਮਤਭੇਦ ਦੀ ਹੱਦ ਵੀ ਟੱਪਦੇ ਹੋਏ ਸਾਨੂੰ ਇਤਿਹਾਸ ਵਿੱਚ ਨਜ਼ਰ ਆਉਂਦੇ ਨੇ। ਜਿਵੇਂ ਇੱਕਾ ਦੁੱਕਾ ਘਟਨਾਵਾਂ ਵਾਪਰੀਆਂ ਵੀ ਕੁਝ ਮਸੰਦ ਜਿਹੜੇ ਵਿਗੜੇ ਹੋਏ ਮਸੰਦ ਸਨ, ਉਹ ਬਾਬਾ ਪ੍ਰਿਥੀ ਚੰਦ ਨੂੰ ਉਕਸਾਉਂਦੇ ਨੇ, ਤੇ ਬਾਬਾ ਪ੍ਰਿਥੀ ਚੰਦ ਆਪਣੇ ਅਸਰ ਰਸੂਖ ਦੇ ਚੱਕਰ ਵਿੱਚ ਉਹਨਾਂ ਦੀ ਉਕਸਾਹਟ ਵਿੱਚ ਆਉਂਦੇ ਨੇ। ਉਸ ਉਕਸਾਹਟ ਵਿੱਚ ਆ ਕੇ ਅੰਮ੍ਰਿਤਸਰ ਦੇ ਇਰਦ ਗਿਰਦ ਦੂਰ ਦਰਾਜ਼ ਇੱਕ ਖਾਸ ਸਮੇਂ 'ਤੇ ਆਉਣ ਵਾਲੀ ਸਿੱਖ ਸੰਗਤ ਜਿਹੜੀ ਦਸਵੰਧ ਦੀ ਮਾਇਆ ਲੈ ਕੇ ਆਉਂਦੀ ਹੈ, ਉਹ ਦਸਵੰਧ ਦੀ ਮਾਇਆ ਉਹਨਾਂ ਨੂੰ ਭਰਮਾ ਕੇ ਉਹਨਾਂ ਕੋਲੋਂ ਮਸੰਦ ਜਿਹੜੇ ਨੇ ਉਹ ਬਾਹਰੇ ਬਾਹਰ ਹੀ ਲੈ ਲੈਂਦੇ ਨੇ। ਹੁਣ ਕੰਨਾਂ ਦੇ ਕੱਚੇ ਹੋਣ ਕਰਕੇ ਤੇ ਭੜਕਾਹਟ ਵਿੱਚ ਛੇਤੀ ਆ ਜਾਣ ਵਾਲੇ ਕਰਕੇ, ਬੇਧੀਰਜੇ ਹੋਣ ਕਰਕੇ, ਇਹਨਾਂ ਔਗਣਾਂ ਦੀ ਵਜ੍ਹਾ ਕਰਕੇ ਸੁਭਾਵਕ ਹੈ ਸਾਰਾ ਇਲਜ਼ਾਮ ਬਾਬਾ ਪ੍ਰਿਥੀ ਚੰਦ ਉੱਤੇ ਹੀ ਲੱਗਣਾ ਸੀ। ਸੋ ਐਸੇ ਕਈ ਕਾਰਨ ਬਣਦੇ ਰਹੇ ਵੀ ਉਹ ਨਿੱਜੀ ਵਿਰੋਧਤਾ, ਮਤਭੇਦ, ਨਿੱਜੀ ਗਰਜ਼ ਦੀ ਖਾਤਰ ਔਰ ਆਪਣੇ ਅਸਰ ਰਸੂਖ ਨੂੰ ਵਧਾਉਣ ਤੇ ਬਣਾਉਣ ਦੇ ਚੱਕਰ ਵਿੱਚ ਇਸ ਤਰ੍ਹਾਂ ਦੀ ਵਿਰੋਧਤਾ ਬਾਰ-ਬਾਰ ਖੱਟਦੇ ਰਹੇ, ਔਰ ਉਹਨਾਂ ਦਾ ਇੱਕ ਬਿੰਬ ਇਤਿਹਾਸ ਵਿੱਚ ਬਣ ਗਿਆ। ਉਹ ਇੱਕ ਵਿਰੋਧ ਦੇ ਪ੍ਰਤੀਕ, ਪਰਿਵਾਰਕ ਵਿਰੋਧ ਦੇ ਇੱਕ ਪ੍ਰਤੀਕ ਬਣ ਗਏ ਸਿੱਖ ਸੰਗਤਾਂ ਦੇ ਮਨਾਂ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇਹ ਬਚਨ ਉਹਨਾਂ ਨੇ ਜਿਹੜਾ ਆਪਣੀ ਪੌੜੀ ਵਿੱਚ ਲਿਖਿਆ, ਇਸ ਗੱਲ ਨੂੰ ਬੜਾ ਖੁੱਲ੍ਹੇ ਢੰਗ ਨਾਲ ਬਿਆਨ ਕਰਦਾ। ਉਹ ਇੱਕ ਤਸਵੀਰ ਚਿੱਤਰ ਦਿੰਦਾ ਬਾਬਾ ਪ੍ਰਿਥੀ ਚੰਦ ਜੀ ਦੇ ਜੀਵਨ ਦੀ। ਉਹ ਕੀ ਹੈ? ਮੀਣਾ ਹੋਆ ਪਿਰਥੀਆ ਕਰ ਕਰ ਟੇਢਕ ਬਰਲ ਚਲਾਇਆ। ਇਹ ਇੱਕ ਪੰਕਤੀ ਬੜਾ ਕੁਝ ਕਹਿੰਦੀ ਹੈ। ਮੀਣਾ ਸ਼ਬਦ ਕਪਟੀ ਵਾਸਤੇ ਵਰਤਿਆ ਜਾਂਦਾ ਹੈ, ਜਿਹੜਾ ਦਿਲ ਵਿੱਚ ਖੌਰ ਰੱਖਦਾ, ਦਿਲੋਂ ਸਾਫ਼ ਨਾ ਹੋਵੇ। ਕਈ ਵਾਰ ਐਸਾ ਵਿਅਕਤੀ ਜਿਹੜਾ ਦਿਲੋਂ ਸਾਫ਼ ਨਾ ਹੋਵੇ, ਉਹਨੂੰ ਜੇ ਮਾਹੌਲ ਬਣੇ ਤਾਂ ਉਹ ਆਪਣੇ ਅੰਦਰ ਦੀ ਮੈਲ ਕੱਢ ਲੈਂਦਾ, ਜੇ ਨਾ ਬਣੇ ਤਾਂ ਉਹ ਆਪਣੇ ਆਪ ਵਿੱਚ ਹੀ ਅੰਦਰੋਂ ਸਾਫ਼ ਨਹੀਂ ਹੁੰਦਾ, ਬਾਹਰੋਂ ਕਈ ਵਾਰ ਉਹ ਚੰਗੇ ਢੰਗ ਨਾਲ ਵਿਹਾਰ ਕਰਦਾ ਵੀ ਸਾਨੂੰ ਨਜ਼ਰੀ ਪੈ ਜਾਂਦਾ ਹੈ। ਤੋ ਮੀਣਾ ਸ਼ਬਦ ਇੱਕ ਖਾਸ ਕਰੈਕਟਰ ਦੀ ਪਛਾਣ ਕਰਾਉਂਦਾ, ਇੱਕ ਖਾਸ ਕਿਰਦਾਰ ਦੀ ਦੱਸ ਪਾਉਂਦਾ। ਤੋ ਲਿਖਦੇ ਨੇ ਭਾਈ ਗੁਰਦਾਸ ਜੀ, ਮੀਣਾ ਹੋਆ ਪਿਰਥੀਆ ਕਰ ਕਰ ਟੇਢਕ, ਟੇਢਕ ਮਤਲਬ ਹੈ ਟੇਢੇ ਢੰਗ ਨਾਲ ਚੱਲਣਾ, ਜਾਨੀ ਕਿ ਮੁੱਖ ਧਾਰਾ ਤੋਂ ਉਲਟੇ ਪਾਸੇ ਨੂੰ ਸੱਜੇ ਖੱਬੇ ਹੋ ਕੇ ਚੱਲਣਾ, ਬਰਲ ਚਲਾਇਆ। ਤੋ ਇਹ ਜਿਹੜੀ ਪੰਕਤੀ ਹੈ ਸਾਨੂੰ ਬਾਬਾ ਪ੍ਰਿਥੀ ਚੰਦ ਦੇ ਜੀਵਨ ਦੀ ਇੱਕ ਤਸਵੀਰ, ਜੋ ਗੁਰੂ ਪਰਿਵਾਰ ਦੇ ਹੀ ਨੇ ਭਾਈ ਗੁਰਦਾਸ ਜੀ, ਔਰ ਗੁਰੂ ਦਰਬਾਰ ਦੇ ਪ੍ਰਮੁੱਖ ਵਿਦਵਾਨ, ਲਿਖਾਰੀ, ਸੇਵਾਦਾਰ, ਪ੍ਰਬੰਧਕ ਨੇ, ਇਹ ਉਹਨਾਂ ਦੀ ਪੰਕਤੀ ਲਿਖੀ ਹੋਈ ਹੈ ਔਰ ਬੜਾ ਖਾਸ ਵਜ਼ਨ ਰੱਖਦੀ ਹੈ। ਸੋ ਬਾਬਾ ਪ੍ਰਿਥੀ ਚੰਦ ਜੀ ਦਾ ਜੀਵਨ ਨਿੱਜੀ ਗਰਜ਼ ਖਾਤਰ ਹੈ ਤੇ ਵਿਰੋਧਤਾਈ ਦੇ ਨਾਲ ਭਰਿਆ ਪਿਆ। ਉਹ ਮਤਭੇਦਾਂ ਨੂੰ ਕਈ ਵਾਰ ਵਿਰੋਧਤਾਈ ਤੱਕ ਵੀ ਲੈ ਜਾਂਦੇ ਨੇ, ਔਰ ਉਹ ਇਸ ਕੋਸ਼ਿਸ਼ ਵਿੱਚ ਰਹੇ, ਆਪਣਾ ਸਾਰਾ ਜੀਵਨ ਹੀ ਇਸ ਕੋਸ਼ਿਸ਼ ਵਿੱਚ ਰਹੇ ਕਿ ਉਹ ਸਿੱਖ ਸੰਗਤ ਵਿੱਚ ਆਪਣੀ ਇੱਕ ਵੱਖਰੀ ਭੱਲ ਬਣਾ ਸਕਣ। ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਇਹਨੂੰ ਅਸੀਂ ਮਾਨਸਿਕ ਤਲ ਦੇ ਉੱਤੇ ਵੀ ਸਮਝੀਏ, ਕਿਉਂਕਿ ਮਨੁੱਖ ਹੱਡ ਮਾਸ ਦਾ ਪੁਤਲਾ ਹੈ, ਇੱਕ ਸਜੀਵ ਹੈ। ਮਨੁੱਖ ਦੇ ਅੰਦਰ ਮਨ ਹੈ, ਸੁਰਤ ਹੈ, ਸੋਚਣ ਸ਼ਕਤੀ ਹੈ, ਉਹ ਬੜਾ ਕੁਝ ਆਲਿਓਂ ਦੁਆਲਿਓਂ ਗ੍ਰਹਿਣ ਕਰਦਾ ਹੈ, ਉਹਦੇ ਅੰਦਰ ਦੇ ਫੁਰਨੇ, ਇਹ ਸਾਰਾ ਕੁਝ ਇਨਸਾਨ ਆਪਣੇ ਕਰਮ ਰਾਹੀਂ ਜੀਂਦਾ ਹੈ। ਇਹਨੂੰ ਅਸੀਂ ਹੰਢਾਉਂਦੇ ਹਾਂ। ਔਰ ਇਤਿਹਾਸ ਕੀ ਹੈ? ਜਿਉਂਦੇ ਜਾਗਦੇ ਮਨੁੱਖਾਂ ਦਰਮਿਆਨ ਵਾਪਰੀਆਂ ਹੋਈਆਂ ਘਟਨਾਵਾਂ, ਗੱਲਾਂ। ਕੋਈ ਘਟਨਾ ਐਵੇਂ ਨਹੀਂ ਵਾਪਰ ਜਾਂਦੀ, ਬੰਦਾ ਉਹਦੇ ਲਈ ਮਾਨਸਿਕ ਤੌਰ 'ਤੇ ਕਿਹੋ ਜਿਹੀ ਸਟੇਜ 'ਤੇ ਪਹੁੰਚਦਾ ਹੈ, ਫਿਰ ਉਹ ਕੰਮ ਕਿਵੇਂ ਕਰਦਾ ਹੈ, ਇਹ ਸਾਰਾ ਕੁਝ ਜਿਉਂਦੇ ਜਾਗਦੇ ਮਨੁੱਖਾਂ ਵਿਚਕਾਰ ਹੁੰਦਾ ਹੈ। ਕਈ ਵਾਰ ਕੀ ਹੁੰਦਾ, ਬੰਦਾ ਕਿਸੇ ਪੱਖ ਵਿੱਚ ਉਹਨੂੰ ਲੱਗੇ ਕਿ ਮੈਂ ਯੋਗ ਹਾਂ, ਪਰ ਯੋਗ ਹੋਵੇ ਨਾ, ਉਹਦੇ ਵਿੱਚ ਉਸ ਕਿਸਮ ਦੇ ਗੁਣ ਨਹੀਂ, ਪਰ ਉਹ ਆਪਣੇ ਆਪ ਨੂੰ ਭਰਮ ਪਾੜ ਲੈਂਦਾ ਵੀ ਮੈਂ ਬੜਾ ਯੋਗ ਵਿਅਕਤੀ ਹਾਂ, ਮੈਨੂੰ ਇਹ ਮਾਣ, ਮੈਨੂੰ ਇਹ ਜ਼ਿੰਮੇਵਾਰੀ ਮਿਲਣੀ ਚਾਹੀਦੀ ਹੈ, ਮੈਂ ਇਸ ਜਗ੍ਹਾ 'ਤੇ ਖੜਾ ਹੋਵਾਂ। ਪਰ ਉਹ ਅਯੋਗ ਹੈ। ਜਦੋਂ ਉਹ ਉਸ ਚੀਜ਼ ਵਾਸਤੇ ਸਿਲੈਕਟ ਨਹੀਂ ਹੁੰਦਾ, ਉਹਦੀ ਸਿਲੈਕਸ਼ਨ ਨਹੀਂ ਹੁੰਦੀ, ਜਦੋਂ ਚੁਣਿਆ ਨਹੀਂ ਜਾਂਦਾ ਜਿਹੜੀ ਚੀਜ਼ ਦਾ ਉਹ ਦਾਅਵਾ ਕਰਦਾ ਹੈ, ਤਾਂ ਉਹ ਖਿਝਦਾ ਹੈ। ਦਰਅਸਲ ਉਹ ਖਿਝ ਤਾਂ ਆਪਣੀ ਅਯੋਗਤਾ 'ਤੇ ਰਿਹਾ ਹੁੰਦਾ ਹੈ,
ਪਰ ਕਿਉਂਕਿ ਉਹ ਆਪਣੇ ਆਪ ਨੂੰ ਕੁਝ ਨਹੀਂ ਕਰ ਸਕਦਾ, ਇਸ ਕਰਕੇ ਉਹ ਆਪਣੀ ਅਯੋਗਤਾ ਦੀ ਖਿਝ, ਉਹ ਗੁੱਸਾ, ਉਹ ਨਫ਼ਰਤ, ਉਹ ਅੰਦਰ ਦੀ ਜਿਹੜੀ ਵਿਸ਼ ਹੈ, ਜ਼ਹਿਰ ਹੈ, ਉਹ ਆਲੇ ਦੁਆਲੇ ਆਪਣੇ ਕਰਮਾਂ ਦੇ ਰਾਹੀਂ ਫਿਰ ਜਿਹੜਾ ਉਹਦੀ ਜਗ੍ਹਾ ਤੇ ਬੈਠਾ ਹੁੰਦਾ, ਜਿੱਥੇ ਉਹਨੂੰ ਲੱਗਦਾ ਵੀ ਇਹ ਮੇਰੀ ਜਗ੍ਹਾ ਸੀ, ਇਹ ਮੇਰੀ ਥਾਂ ਸੀ, ਫਿਰ ਉਹਦੇ ਨਾਲ ਉਹਦੀ ਇੱਕ ਵਿਰੋਧਤਾ ਹੀ ਸ਼ੁਰੂ ਹੋ ਜਾਂਦੀ ਹੈ। ਪਰ ਇਹ ਸਾਡੇ ਲਈ ਬੜਾ ਵੱਡਾ ਸਬਕ ਹੈ, ਬਹੁਤ ਵੱਡਾ ਸਬਕ। ਬਾਬਾ ਪ੍ਰਿਥੀ ਚੰਦ ਜੀ ਵੱਲੋਂ ਗਾਹੇ ਬਗਾਏ ਐਸੀਆਂ ਘਟਨਾਵਾਂ ਦਾ ਜ਼ਿਕਰ ਤੇ ਵੇਰਵਾ ਸਾਨੂੰ ਲਿਖਾਰੀਆਂ ਦੀ ਕਲਮ ਤੋਂ ਮਿਲਦਾ ਹੈ, ਪਰ ਇਹ ਸਾਡੇ ਧਿਆਨ ਗੋਚਰੀ ਗੱਲ ਬਹੁਤ ਹੈ ਕਿ ਗੁਰੂ ਅਰਜਨ ਸਾਹਿਬ ਕਿਧਰੇ ਵੀ ਬਾਬਾ ਪ੍ਰਿਥੀ ਚੰਦ ਦੀ ਖੇਜ ਜਾਂ ਵਿਰੋਧਤਾ ਦਾ ਜਵਾਬ ਇਸ ਪੱਧਰ ਉੱਤੇ ਨਹੀਂ ਦਿੰਦੇ। ਉਹ ਬੜੇ ਸ਼ਾਂਤ ਧੀਰਜ ਵਿੱਚ ਰਹਿ ਕੇ ਅਵੇਅਰ ਨੇ, ਸੁਚੇਤ ਨੇ, ਸੰਗਤ ਨੂੰ ਵੀ ਸੁਚੇਤ ਕਰਦੇ ਨੇ, ਮੁਖੀ ਸਿੱਖਾਂ ਨੂੰ ਵੀ ਸੁਚੇਤ ਕਰਦੇ ਨੇ। ਪਰ ਪ੍ਰਿਥੀ ਚੰਦ ਨਾਲ ਉਹ ਇਸ ਵਿਰੋਧਤਾ ਦੇ ਇਸ ਭਵਰ ਵਿੱਚ ਨਹੀਂ ਫਸਦੇ, ਉਹ ਬਿਲਕੁਲ ਪਾਸੇ ਰਹਿੰਦੇ ਨੇ। ਮਹਾਰਾਜ ਦਾ ਜੀਵਨ ਕੀ ਹੈ? ਸਹਿਣਸ਼ੀਲ ਸੰਤੰ ਸਮ ਮਿੱਤਰਸ ਦੁਰਜਨਾ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕਾਵਦ ਹੋਇ ਉਪਤਿਸ਼ਟਤੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਧੀਰਜ ਨੂੰ ਬੜਾ ਵੱਡਾ ਗੁਣ ਕਿਹਾ, ਸਹਿਣਸ਼ੀਲਤਾ, ਟਿਕਾਊ ਨੂੰ। ਸਤਿਗੁਰੂ ਜਾਣਦੇ ਸਨ ਵੀ ਐਸੀਆਂ ਧਿਰਾਂ ਵੀ ਤੇ ਹਨ ਆਲੇ ਦੁਆਲੇ ਜਿਹੜੀਆਂ ਚਾਹੁੰਦੀਆਂ ਨੇ ਵੀ ਬਾਬਾ ਪ੍ਰਿਥੀ ਚੰਦ ਵਰਗੇ ਇਨਸਾਨ ਦੇ ਮਤ ਭੇਦਾਂ ਨੂੰ ਵਰਤ ਕੇ ਗੁਰੂ ਅਰਜਨ ਸਾਹਿਬ ਨੂੰ ਪਰਿਵਾਰਕ ਕਲੇਸ਼ ਵਿੱਚ ਉਲਝਾ ਲਿਆ ਜਾਏ ਔਰ ਉਹਨਾਂ ਦੇ ਵੱਡੇ ਮਕਸਦ ਨੂੰ ਇੱਕ ਨਿੱਜੀ ਗਰਜ਼ ਦੀ ਲੜਾਈ ਤੱਕ ਮਹਦੂਦ ਤੇ ਸੀਮਤ ਕਰਕੇ ਰੱਖ ਲਿਆ ਜਾਏ। ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਲੋਕਾਂ ਦੇ ਮਨਸੂਬੇ ਜਾਣਦੇ ਸਨ ਤੇ ਬਾਬਾ ਪ੍ਰਿਥੀ ਚੰਦ ਜੀ ਦੇ ਸੁਭਾਅ ਦਾ ਹਲਕਾਪਨ ਵੀ ਸਮਝਦੇ ਸਨ। ਇਸ ਲਈ ਉਹ ਕਿਤੇ ਵੀ ਬਾਬਾ ਪ੍ਰਿਥੀ ਚੰਦ ਦੀ ਇਸ ਤਰ੍ਹਾਂ ਦੀ ਵਿਰੋਧਤਾ ਵਿੱਚ ਨਹੀਂ ਪਏ। ਉਹਨਾਂ ਨੇ ਬਿਲਕੁਲ ਉੱਥੋਂ ਆਪਣਾ ਵੱਖਰਾ ਰਸਤਾ ਚੁਣ ਲਿਆ। ਜਿੱਥੇ ਉਹਨਾਂ ਨੂੰ ਲੱਗਿਆ ਵੀ ਬਾਬਾ ਪ੍ਰਿਥੀ ਚੰਦ ਜੀ ਵੱਲੋਂ ਉਕਸਾਹਟ ਹੈ, ਉਹ ਸਹਿਣਸ਼ੀਲਤਾ, ਧੀਰਜ ਤੇ ਟਿਕਾਊ ਦੇ ਨਾਲ ਉਸ ਸਮੇਂ ਨੂੰ ਟਾਲ ਜਾਂਦੇ ਰਹੇ। ਇਹਦਾ ਕਾਰਨ ਇਕੱਲਾ ਇਹ ਨਹੀਂ ਵੀ ਬਾਬਾ ਪ੍ਰਿਥੀ ਚੰਦ ਦਾ ਕੋਈ ਧੜਾ ਭਾਰੂ ਸੀ ਜਾਂ ਬਾਬਾ ਪ੍ਰਿਥੀ ਚੰਦ ਦਾ ਅਸਰ ਰਸੂਖ ਵਧੇਰੇ ਸੀ ਜਾਂ ਬਾਬਾ ਪ੍ਰਿਥੀ ਚੰਦ ਦੀ ਕੋਈ ਤਾਕਤ ਵੱਧ ਸੀ, ਨਹੀਂ, ਐਸੀ ਕੋਈ ਗੱਲ ਨਹੀਂ। ਦਰਅਸਲ ਜਿਹੜੀਆਂ ਧਿਰਾਂ ਚਾਹੁੰਦੀਆਂ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਔਰ ਗੁਰਮਤਿ ਇਨਕਲਾਬ ਨੂੰ ਢਾਹ ਲਾਉਣੀ, ਉਹ ਤੱਕ ਰਹੀਆਂ ਸਨ ਕਿ ਕੌਣ ਗੁਰੂ ਅਰਜਨ ਸਾਹਿਬ ਦਾ ਵਿਰੋਧੀ ਹੈ। ਤੇ ਖਾਸ ਤੌਰ ਤੇ ਜੇ ਕੋਈ ਮਤਭੇਦ ਰੱਖਣ ਵਾਲਾ ਸਾਡੇ ਆਪਣੇ ਦਾਇਰੇ 'ਚੋਂ ਹੋਵੇ, ਰਿਸ਼ਤੇਦਾਰੀ 'ਚੋਂ ਹੋਵੇ, ਪਰਿਵਾਰ 'ਚੋਂ ਹੋਵੇ, ਮਿੱਤਰਾਚਾਰੀ 'ਚੋਂ ਹੋਵੇ, ਉਹ ਬੰਦਿਆਂ ਨੂੰ ਵਰਤਣਾ ਬੜਾ ਆਸਾਨ ਹੁੰਦਾ ਹੈ। ਤੇ ਗੁਰੂ ਸਾਹਿਬ ਨੇ ਕਦੇ ਵੀ ਐਸਾ ਉਹ ਜਿਹੜਾ ਮਾਹੌਲ ਹੈ ਉਹ ਬਣਨ ਹੀ ਨਹੀਂ ਦਿੱਤਾ। ਏਡੇ ਦੂਰ ਅੰਦੇਸ਼ੀ ਨਾਲ ਮਹਾਰਾਜ ਗੁਰੂ ਅਰਜਨ ਸਾਹਿਬ ਆਪਣੇ ਫੈਸਲੇ ਕਰਦੇ ਰਹੇ ਕਿ ਬਾਬਾ ਪ੍ਰਿਥੀ ਚੰਦ ਦੀ ਵਿਰੋਧਤਾ ਮਹਿਜ਼ ਇੱਕ ਦਾਇਰੇ ਤੱਕ ਸੀਮਤ ਰਹੀ। ਵੱਡੀਆਂ ਧਿਰਾਂ ਨੂੰ ਇਹ ਮੌਕਾ ਨਹੀਂ ਬਣ ਸਕਿਆ ਵੀ ਉਹ ਬਾਬਾ ਪ੍ਰਿਥੀ ਚੰਦ ਨੂੰ ਵਰਤ ਕੇ ਕੋਈ ਵੱਡਾ ਕਾਰਾ ਕਰ ਸਕਣ ਜਾਂ ਉਹਨਾਂ ਦਾ ਨਾਂ ਲਾ ਸਕਣ। ਇਹ ਠੀਕ ਹੈ ਵੀ ਆਪਣੇ ਅਸਰ ਰਸੂਖ ਲਈ ਬਾਬਾ ਪ੍ਰਿਥੀ ਚੰਦ ਜੀ ਯਤਨ ਜ਼ਰੂਰ ਕਰਦੇ ਰਹੇ ਨੇ, ਪਰ ਸਿੱਖ ਸੰਗਤ ਜੋ ਗੁਰੂ ਨਾਨਕ ਸਾਹਿਬ ਦੇ ਇਨਕਲਾਬ ਨੂੰ ਸਮਝਣ ਵਾਲੀ ਹੈ, ਜਿਹੜੀ ਗੁਰੂ ਦਰ ਨਾਲ ਜੁੜੀ ਹੋਈ ਹੈ ਔਰ ਗੁਰੂ ਰਾਮਦਾਸ ਮਹਾਰਾਜ ਦੇ ਫੈਸਲੇ ਦੇ ਉੱਤੇ ਹਰ ਵਕਤ ਕੁਰਬਾਨ ਤੇ ਸਦਕੇ ਜਾਣ ਵਾਲੀ ਹੈ। ਕਮਾਲ ਇਹ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਔਰ ਮੁਖੀ ਸਿੱਖ, ਜਿਹੜੇ ਪ੍ਰਬੰਧਕ ਸਿੱਖ ਨੇ, ਜ਼ਿੰਮੇਵਾਰ ਸਿੱਖ ਨੇ, ਔਰ ਇਹਦੇ ਨਾਲ ਆਮ ਸਿੱਖ ਸੰਗਤ, ਕੋਈ ਵੀ ਬਾਬਾ ਪ੍ਰਿਥੀ ਚੰਦ ਦੇ ਨਾਲ ਮੁਖਾਲਫਤ ਵਿੱਚ ਨਹੀਂ ਪਿਆ। ਕੋਈ ਵੀ ਇਸ ਵਿਰੋਧਤਾ ਵਾਲੇ ਮਾਹੌਲ ਵਿੱਚ ਉਲਝਿਆ ਨਹੀਂ। ਨਾ ਗੁਰੂ ਸਾਹਿਬ ਉਲਝੇ, ਨਾ ਮੁਖੀ ਸਿੱਖ ਉਲਝੇ, ਨਾ ਆਮ ਸਿੱਖ ਸੰਗਤ ਉਲਝੀ। ਇਹਦਾ ਮਤਲਬ ਹੈ ਗੁਰੂ ਸਾਹਿਬ ਕਿੰਨੇ ਸੁਚਾਰੂ ਢੰਗ ਨਾਲ ਅਗਵਾਈ ਕਰ ਰਹੇ ਸਨ। ਮੁਖੀ ਸਿੱਖ ਵੀ ਕਿੰਨੇ ਗਹਿਰੇ ਤਲ ਦੇ ਉੱਤੇ ਸੋਚ ਸਮਝ ਕੇ ਚੱਲ ਰਹੇ ਸਨ ਔਰ ਆਮ ਸਿੱਖ ਸੰਗਤ ਨੂੰ ਵੀ ਉਹਨਾਂ ਨੇ ਕਿਵੇਂ ਕੰਟਰੋਲ ਵਿੱਚ ਰੱਖ ਕੇ ਇਹਨਾਂ ਵਿਰੋਧਤਾਈਆਂ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਹੋਇਆ ਸੀ। ਔਰ ਬਾਬਾ ਪ੍ਰਿਥੀ ਚੰਦ ਜਿਨ੍ਹਾਂ ਦੇ ਸਹੁਰੇ ਹੇਹਰ ਪਿੰਡ ਸਨ ਔਰ ਹੇਹਰ ਪਿੰਡ ਵਿੱਚ ਹੀ ਉਹਨਾਂ ਨੇ ਆਪਣਾ ਪੱਕਾ ਟਿਕਾਣਾ ਬਣਾਇਆ ਸੀ। ਸੰਖੇਪ ਵਿੱਚ ਮੈਂ ਇੱਕ ਦੋ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਲੋਚਦਾ, ਜਿਹੜੀਆਂ ਕਿ ਬਾਬਾ ਪ੍ਰਿਥੀ ਚੰਦ ਔਰ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਨੇ। ਇੱਥੋਂ ਸਾਨੂੰ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਦਾ ਵੀ ਪਤਾ ਲੱਗੇਗਾ ਔਰ ਇੱਥੋਂ ਸਾਨੂੰ ਇਹ ਵੀ ਪਤਾ ਲੱਗੇਗਾ ਕਿ ਬਾਬਾ ਪ੍ਰਿਥੀ ਚੰਦ ਦਾ ਵਿਰੋਧ ਜਿਹੜਾ ਹੈ ਉਹਦਾ ਪੱਧਰ ਕਿੱਥੋਂ ਤੱਕ ਸੀ, ਉਹ ਮਤਭੇਦ, ਉਹ ਵਿਰੋਧਤਾਈ ਦਾ ਲੈਵਲ ਕਿੰਨਾ ਕੁ ਸੀ। ਕਿਉਂਕਿ ਸਾਡੇ ਲਈ ਇਹ ਮਿਥਣਾ ਬੜਾ ਜ਼ਰੂਰੀ ਹੈ
नहीं तो गुरु अर्जन साहब जी की शहादत के संबंध ਵਿੱਚ ਅਸੀਂ बहुत ਵੱਡੇ ਭਰਮਾਂ ਜਾਂ ਭੁਲੇਖਿਆਂ ਦੇ शिकार ਹੋਵਾਂਗੇ ਕਿ ਖੌਰੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨਿੱਜੀ ਪਰਿਵਾਰਕ ਕਲੇਸ਼ ਵਿੱਚ ਜਾਂ ਪਰਿਵਾਰਕ ਮਤਭੇਦਾਂ ਕਰਕੇ ਹੋ ਗਈ। ਇਹ ਭਰਮ ਸਾਡੇ ਲਈ ਟੁੱਟਣਾ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਇੱਕ ਵੱਡੀ ਘਟਨਾ ਨੂੰ ਬੜੇ ਛੋਟੇ ਜਿਹੇ ਚੌਖਟੇ ਵਿੱਚ ਰੱਖ ਕੇ ਵੇਖਣ ਦੀ ਕੋਸ਼ਿਸ਼ ਕਰ ਰਹੇ, ਇੱਕ ਦਾਇਰੇ 'ਚ ਬੰਨ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁੰਦਿਆਂ ਹੀ ਤਕਰੀਬਨ 7 ਕੁ ਮਹੀਨੇ ਪਹਿਲਾਂ ਅਜੇ ਗੁਰੂ ਰਾਮਦਾਸ ਮਹਾਰਾਜ ਸਰੀਰਕ ਰੂਪ ਵਿੱਚ ਮੌਜੂਦ ਸਨ। ਬਾਬਾ ਪ੍ਰਿਥੀ ਚੰਦ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਮਨੋਹਰ ਦਾਸ ਉਰਫ ਮਿਹਰਵਾਨ ਹੈ। तो बाबा मेहरवान गुरु अर्जन साहब महाराज सच्चे पातशाह की सोबत ਵਿੱਚ ਹੀ पढ़े। तारीखदाना ने लिखा कि बाबा प्रिथी चंद बाणी खिमा करना बाबा मेहरवान बाणी के रसीए भी सन। और ये बड़ी कारगर गल है भी बाबा प्रिथी चंद के विरोधता दा जिक्र तो सानू तारीख विच इस तरह साडे साखीकारां ने भरपूर करने का यतन किया है और किया है, पर बाबा मेहरवान की विरोधता का कोई एडा वड्डा जिक्र सानू नहीं मिलता। साडे कोल सब तो वड्डा इतिहासक सबूत है भाई गुरदास जी। भाई गुरदास जी ने बाबा प्रिथी चंद नूं तां ये लिखिया भी मीणा होआ पिरथिया कर कर टेढ़ कबरल चलाया, पर अपनी सारी लिखत विच किधरे भी मेहरवान जी दे खिलाफ कोई लफ्ज़ भाई गुरदास जी ने नहीं लिखिया। मेहरवान के संबंध में कोई टूक नहीं लिखी, हालांकि वो समा वो काल सारा आपस में रलदा है। भाई गुरदास जी चंगी तरह जानते सन। हाँ, उन्होंने बाबा प्रिथी चंद दियां लीहां ते चलण वालियां नूं मीणे जरूर किया, ऐसा सानू उन्हां दी लिखत विचों वार विचों प्रभाव मिलता है। रलै जो संगत मीणिया इस तरह करके उन्होंने जिक्र किया है। हुण ये भी साडे लई समझण गोचरी गल है कि बाबा प्रिथी चंद दे पुत्र मनोहर दास इन्हां दा अपना एक लिखारी हुंदा सी जिहदा नां केशव दास करके इतिहास विच दर्ज है। उन्हें कई लिखतां लिखियां, कविता लिखियां, जिवें बाणी लिखी गई इस रूप विच। पर कमाल दी गल यह है कि उन्हां दे खास लिखारी दीयां लिखतां विच बाबा प्रिथी चंद नूं पंजवां गुरु किते नहीं लिखिया गया, छेवां लिखिया गया है, पर छेवां गुरु लिखिया गया। साडे लई बड़ी एक समझण गोचरी गल है और थोड़ी जी उत्सुकता भी साडे अंदर पैदा करदी है कि बाबा प्रिथी चंद तां पंजवां गुरु होण दा दावा करदे सन, जो साडीआं लिखतां कहिंदियां ने गुरमुखी दीआं। आम प्रभाव जो असीं संगत विच प्रचार चों सुणदे हां कि गुरु रामदास साहब तो बाद अपने आप नूं वो चाहुंदे सन भी मैं गुरु अर्जन साहब की जगह ते होवां, पर उन्हां दे उसे धारा दे खास लिखारी ने की कारण है भी बाबा प्रिथी चंद नूं पंजवां नहीं छेवां गुरु जरूर लिखिया। सो एक बड़ी समझण गोचरी और सारे जिहड़े साडे विद्वान ने जां साडे विचारवान ने उन्हां धिरां दे सामणे एक प्रश्न है। इस असीं जो कह रहे हैं उन्हां दी मुख धारा दे वल्लों उन्हां दी धारा वल्लों उन्हां नूं छेवां गुरु, इहदा मतलब उन्हां गुरु अर्जन साहब नूं पंजवें गुरु दे रूप विच प्रवान कीता होया है उस धारा ने। हाँ, वो बाबा प्रिथी चंद शायद इहदी वजह हो सकती है भी गुरु हरगोबिंद साहब महाराज दे ताए होण करके और उस धारा ने क्योंकि अपनी एक प्रपाटी सिरज लई सी, एक व्याख्या प्रणाली सिरज लई सी, एक धारा सिरज लई सी, और उन्होंने फिर बाबा प्रिथी चंद नूं छेवां गुरु प्रवान कर लिया। ਇਹਦਾ किते ना किते भी मतलब निकलता है, साडे ध्यान गोचर है कि गुरु रामदास महाराज के फैसले दे वड्डे चौखटे नूं ਉਹ ਉਲੰਘ नहीं सके, अपनियां लिखतां विच भी उलंघ नहीं सके। सो ये साडे लई अगेरे विचार का विषय। और एक दो गल्लां होर जिहड़ियां बड़ियां जरूरी ने, लाजमी ने साडे लई, वो ये है कि गुरु अर्जन साहब महाराज की शहादत हुंदी है। उस शहादत के चैप्टर विच मैं बाकी अपने विचार जिहड़े साझे कीते ने उन्हां विच मैं दस्सण दा जां साझा करन दा यतन कीता है भी किहड़ियां धिरां वड्डे रूप विच इस घटनाक्रम विच शामिल सन और किड्डी वड्डी पद्धर उत्ते समय दी शाही, समय दी सरकार, समय दी सत्ता इस इहदे विच शामिल है। और साडे जिहड़े बिरतांतकार ने जां क्यों लो कवि ने खास तौर पर जिन्हां कवियां ने इतिहास लिखिया जां इतिहास बारे जिहड़े कवियां ने कलम चलाई वो कह सकते हैं
ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਥੋੜ੍ਹੇ ਨਿਗੁਣੇ ਪੱਧਰ ਉੱਤੇ ਲਿਆ ਕੇ ਪੇਸ਼ ਕੀਤਾ। ਔਰ ਇੱਥੋਂ ਤੱਕ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਵਾਲੇ ਚੈਪਟਰ ਨੂੰ ਵੀ ਉਹਨਾਂ ਨੇ ਬੜਾ ਗੰਧਲੇ ਜਿਹੇ ਢੰਗ ਨਾਲ ਪੇਸ਼ ਕੀਤਾ। ਉਹਦੇ ਵਿੱਚ ਉਹਨਾਂ ਨੇ ਕਰਾਮਾਤੀ ਅੰਸ਼, ਉਹਦੇ ਵਿੱਚ ਉਹਨਾਂ ਨੇ ਬੜੀਆਂ ਇੱਕ ਗੈਰ ਕੁਦਰਤੀ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਭਰ ਕੇ ਤੇ ਉਹ ਇੱਕ ਅਜੀਬ ਕਿਸਮ ਦੀ ਗੱਲਬਾਤ ਸਿਰਜ ਦਿੱਤੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ। ਖੈਰ ਉਹ ਸਾਡਾ ਵਿਸ਼ਾ ਨਹੀਂ, ਉਹ ਅਸੀਂ ਇੱਕ ਵੱਖਰੇ ਵਿਸ਼ੇ ਦੇ ਨਾਲ ਸੰਬੰਧ ਰੱਖਦੀ ਹੋਈ ਗੱਲ ਉਹਨੂੰ ਵੱਖਰੇ ਤੌਰ 'ਤੇ ਵਿਚਾਰਨ ਦਾ ਯਤਨ ਕਰਾਂਗੇ। ਪਰ ਇੱਥੇ ਸਾਡੇ ਸਮਝਣ ਗੋਚਰਾ ਜਿਹੜਾ ਵਿਚਾਰ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ। ਸ਼ਹਾਦਤ ਤੋਂ ਬਾਅਦ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕੀਤਾ ਗਿਆ। ਗਵਾਲੀਅਰ ਦੇ ਕਿਲ੍ਹੇ ਦੀ ਨਜ਼ਰਬੰਦੀ ਵਿੱਚੋਂ ਸਤਿਗੁਰੂ ਜਿਸ ਵੇਲੇ ਰਿਹਾ ਹੋਏ, ਤਕਰੀਬਨ 1618 ਜਾਂ 1619 ਦਾ ਇਹ ਵਕਤ ਜਿਹੜਾ ਹੈ ਸਾਨੂੰ ਤਕਰੀਬਨ ਇਤਿਹਾਸਕਾਰ ਦੱਸਦੇ ਨੇ। ਜਦੋਂ ਸਤਿਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਤਾਂ ਮਹਾਰਾਜ ਨੂੰ ਇਹ ਖਬਰ ਮਿਲੀ ਕਿ ਉਹਨਾਂ ਦੇ ਤਾਇਆ ਬਾਬਾ ਪ੍ਰਿਥੀ ਚੰਦ ਜੀ ਅਕਾਲ ਚਲਾਣਾ ਕਰ ਗਏ। ਹੁਣ ਸਤਿਗੁਰੂ ਦਾ ਪਰਿਵਾਰ ਅੰਮ੍ਰਿਤਸਰ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਰਿਵਾਰ ਅੰਮ੍ਰਿਤਸਰ ਹੈ, ਉਸ ਵੇਲੇ ਤੱਕ ਕੇਂਦਰ ਵੀ ਅੰਮ੍ਰਿਤਸਰ ਹੈ। ਸਤਿਗੁਰੂ ਮਹਾਰਾਜ ਅੰਮ੍ਰਿਤਸਰ ਬਾਅਦ ਵਿੱਚ ਆਏ, ਸਭ ਤੋਂ ਪਹਿਲਾਂ ਹੀਹਰ ਪਿੰਡ ਗਏ। ਔਰ ਜੋ ਸਾਡਾ ਦਸਤੂਰ ਹੁੰਦਾ ਹੈ ਸਮਾਜ ਦਾ, ਪਰਿਵਾਰ ਦਾ, ਬਾਬਾ ਮਿਹਰਵਾਨ ਕੋਲ ਜਾ ਕੇ ਉਹਨਾਂ ਨੇ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਜਾ ਕੇ ਉਹਨਾਂ ਨੂੰ ਧੀਰਜ ਦਿੱਤਾ। ਤੋ ਇਹਦਾ ਭਾਵ ਹੈ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਹੀਹਰ ਪਿੰਡ ਜਾਂਦੇ ਨੇ ਆਪਣੇ ਤਾਇਆ ਬਾਬਾ ਪ੍ਰਿਥੀ ਚੰਦ ਦੀ ਪਰਚਾਉਣੀ ਕਰਨ ਵਾਸਤੇ ਪਰਿਵਾਰ ਦੀ ਬਾਬਾ ਮਿਹਰਵਾਨ ਕੋਲ। ਇਹ ਗੱਲਾਂ ਵੀ ਸਾਨੂੰ ਕੁਝ ਸੋਚਣ ਲਈ ਤਿਆਰ ਕਰਦੀਆਂ ਨੇ, ਸਾਡੀ ਸੋਚ ਨੂੰ ਥੋੜ੍ਹਾ ਵਿਸ਼ਾਲ ਦਾਇਰੇ ਵਿੱਚ ਖਿੱਚ ਕੇ ਲਿਜਾਂਦੀਆਂ ਨੇ। ਵੀ ਇੱਕ ਹੁੰਦਾ ਵੀ ਕੋਈ ਧਿਰ ਜਿਹੜੀ ਆ ਨਾ, ਉਹ ਕੋਈ ਵਿਅਕਤੀ ਜਾਂ ਕੁਝ ਲੋਕ ਧਿਰ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਨੂੰ ਧਿਰ ਬਣਾਉਣ ਵਿੱਚ ਕੁਝ ਖਾਸ ਧਿਰਾਂ ਦਾ ਪਿੱਛੇ ਦਿਲਚਸਪੀ ਜਾਂ ਇੰਟਰਸਟ ਹੈ। ਹੁਣ ਇਹ ਅਸੀਂ ਵੀ ਵੇਖਣਾ ਹੁੰਦਾ ਵੀ ਅਸੀਂ ਵੀ ਕੁਝ ਐਸਾ ਨਾ ਕਰੀਏ ਕਿ ਇੱਕ ਤਾਂ ਵਿਅਕਤੀ ਵਿਸ਼ੇਸ਼ ਜਾਂ ਕੁਝ ਲੋਕ ਨੇ ਉਹਨਾਂ ਦੇ ਪਿੱਛੇ ਖੜੀਆਂ ਹੋਈਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਸੱਚਮੁੱਚ ਹੀ ਇੱਕ ਐਡੀ ਵੱਡੀ ਮੁਸ਼ਕਲ ਬਣਾ ਦੇਣ ਸਾਡੇ ਲਈ, ਜਾਂ ਉਹਨਾਂ ਦੀ ਅਗਿਆਨਤਾ ਨੂੰ ਜਾਂ ਉਹਨਾਂ ਦੀ ਬੇਸਮਝੀ ਨੂੰ ਜਾਂ ਦੂਰਅੰਦੇਸ਼ੀ ਦੀ ਘਾਟ ਨੂੰ ਵਰਤ ਕੇ ਉਹਨਾਂ ਲੋਕਾਂ ਲਈ ਵੀ ਔਰ ਉਹ ਲੋਕ ਸਾਡੇ ਲਈ ਵੀ ਇੱਕ ਮੁਸੀਬਤ ਦਾ ਮਾਹੌਲ ਪੈਦਾ ਕਰਨ। ਪਰ ਗੁਰੂ ਤਾਂ ਵੈਸੇ ਵੀ ਨਿਰਵੈਰ ਹੈ। ਸਤਿਗੁਰੂ ਦੀ ਸ਼ਖਸੀਅਤ ਤਾਂ ਹਰ ਇੱਕ ਨੂੰ ਕਲਾਵੇ ਵਿੱਚ ਲੈਣ ਵਾਲੀ ਹੈ, ਮੁਹੱਬਤ ਭਰੀ ਹੈ। ਸਾਡੇ ਅੰਦਰ ਦੇ ਬੇਖਤੇ ਜ਼ਹਿਰ ਤੋਂ ਗੁਰੂ ਜਾਣੂ ਹੈ ਤੇ ਉਸ ਨੂੰ ਕੱਢਦਾ ਹੈ, ਉਸ ਨੂੰ ਦੂਰ ਕਰਦਾ ਹੈ। ਤੋ ਸਤਿਗੁਰੂ ਜੀ ਉੱਥੇ ਗਏ ਔਰ ਇਹਦੋਂ ਬਾਅਦ ਅਸੀਂ ਕਿਤੇ ਇਤਿਹਾਸ ਵਿੱਚ ਐਸਾ ਨਹੀਂ ਪੜ੍ਹਦੇ ਵੀ ਕੋਈ ਏਡੇ ਵੱਡੇ ਪੱਧਰ ਦਾ ਜਿਸ ਤਰ੍ਹਾਂ ਦਾ ਬਾਬਾ ਪ੍ਰਿਥੀ ਚੰਦ ਦੇ ਜੀਵਨ ਦਾ ਬਿਰਤਾਂਤ ਸਿਰਜਿਆ ਗਿਆ ਜਾਂ ਸਤਿਗੁਰੂ ਦੇ ਗੁਰੂ ਅਰਜਨ ਸਾਹਿਬ ਦੇ ਜੀਵਨ 'ਚ ਜੋ ਮੁਸ਼ਕਲਾਂ, ਮਤਭੇਦਾਂ ਜਾਂ ਵਿਰੋਧਤਾਈਆਂ ਕਰਕੇ ਬਾਬਾ ਪ੍ਰਿਥੀ ਚੰਦ ਨੇ ਖੜੀਆਂ ਕੀਤੀਆਂ ਨੇ, ਉਹ ਜਿਹੀਆਂ ਉਹਨਾਂ ਦੇ ਅਗੇਰੇ ਪਰਿਵਾਰ ਵਿੱਚ ਬਾਬਾ ਮਿਹਰਵਾਨ ਦੇ ਵੱਲੋਂ ਹੋਈਆਂ ਹੋਣ, ਉਸ ਪੱਧਰ ਦੀਆਂ ਉਹਨਾਂ ਦੇ ਖਾਨਦਾਨ ਵਿੱਚੋਂ ਕਿਸੇ ਹੋਰ ਨੇ ਕੀਤੀਆਂ ਹੋਣ, ਐਸਾ ਕੋਈ ਬਹੁਤਾ ਲੰਬਾ ਚੌੜਾ ਬਿਰਤਾਂਤ ਸਾਨੂੰ ਪੜ੍ਹਨ ਵਾਸਤੇ ਨਹੀਂ ਮਿਲਦਾ। ਪਰ ਅਸੀਂ ਇਹ ਚੇਤੇ 'ਚ ਰੱਖੀਏ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਢਿਲਵਾਂ ਨਗਰ ਵਿੱਚ ਜਾਂਦੇ ਨੇ, ਜਦੋਂ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਵੱਲ ਨੂੰ ਸਫ਼ਰ ਕਰ ਰਹੇ ਸਨ ਤਾਂ ਢਿਲਵਾਂ ਨਗਰ ਵਿੱਚ ਸੋਢੀ ਕਵਲ ਨੈਣ ਦੇ ਕੋਲ ਮਹਾਰਾਜ ਰੁਕਦੇ ਨੇ। ਸੋਢੀ ਕਵਲ ਨੈਣ ਸਤਿਗੁਰੂ ਦੀ ਸੇਵਾ ਕਰਦਾ, ਉਹ ਬਾਬਾ ਪ੍ਰਿਥੀ ਚੰਦ ਦੇ ਪਰਿਵਾਰ ਦਾ ਹੀ ਰੁਕਨ ਹੈ ਅਤੇ ਉਹ ਖੰਡੇ ਕੀ ਪੌਲ ਵੀ ਲੈਂਦਾ ਹੈ। ਸਤਿਗੁਰੂ ਦੀ ਇਸ ਵਿਖੜੇ ਸਮੇਂ ਵਿੱਚ ਸੇਵਾ ਵੀ ਕਮਾਉਂਦਾ ਹੈ ਅਤੇ ਸਤਿਗੁਰੂ ਦੇ ਦਰ ਦੀ ਅਸੀਸ ਵੀ ਪ੍ਰਾਪਤ ਕਰਦਾ। ਸੋ ਇਹ ਕਈ ਪੱਖ ਸਾਨੂੰ ਇਤਿਹਾਸ ਦੇ ਪੜ੍ਹਨੇ ਪੈਣਗੇ ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਇੱਕ ਵਿਅਕਤੀ ਵਿਸ਼ੇਸ਼ ਜਿਹੜਾ ਵਿਰੋਧਤਾ ਨੂੰ ਇੱਕ ਪੱਧਰ 'ਤੇ ਜੀ ਰਿਹਾ, ਉਹਦੇ ਪਰਿਵਾਰ ਦੇ ਅਗਲੇ ਰੁਕਨ ਵੀ ਉਸ ਵਿਰੋਧਤਾ ਨੂੰ ਉਸ ਪੱਧਰ ਉੱਤੇ ਜੀਣ। ਇਹ ਸੰਸਾਰ ਬੜੀ ਅਜੀਬ ਕਿਸਮ ਦੀ ਧਾਰਾ ਹੈ। ਇੱਥੇ ਕਈ ਵਾਰ ਪੁਰਖੇ ਗਲਤੀਆਂ ਕਰਦੇ ਨੇ ਅਤੇ ਔਲਾਦਾਂ ਉਹਨੂੰ ਉਸ ਗਲਤੀ ਨੂੰ ਸੁਧਾਰ ਲੈਂਦੀਆਂ ਨੇ। ਕਈ ਵਾਰ ਪੁਰਖੇ ਬੜੇ ਮਹਾਨ ਹੁੰਦੇ ਨੇ ਅਤੇ ਗਾਂਹ ਜਾ ਕੇ ਕੋਈ ਨਾ ਕੋਈ ਪਰਿਵਾਰ ਜਾਂ ਖਾਨਦਾਨ ਦਾ ਵਿਅਕਤੀ ਭੁੱਲ ਕਰਦਾ ਹੈ, ਕਿਉਂਕਿ ਹਰ ਮਨੁੱਖ ਆਪਣੀ ਸੋਚ, ਆਪਣੀ ਸਮਝ, ਆਪਣੇ ਵਿਚਾਰ, ਆਪਣੇ ਮਨ ਦੇ ਬਣੇ ਹੋਏ ਪ੍ਰਭਾਵ ਮੁਤਾਬਕ ਆਪਣਾ ਕਰਮ ਕਰਦਾ ਹੈ।
ਤੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਮਾਜਿਕ ਤੌਰ 'ਤੇ ਵੀ ਵਿਚਾਰਨਾ ਹੁੰਦਾ ਹੈ, ਮਾਨਸਿਕ ਤੌਰ 'ਤੇ ਵੀ ਮਨੁੱਖ ਦੀ ਸਥਿਤੀ ਵੇਖਣੀ ਹੈ। ਫਿਰ ਅਸੀਂ ਜੋ ਕਰਦੇ ਹਾਂ ਉਹਦਾ ਸਮਾਜਿਕ ਵਿੱਚ ਕਿੰਨਾ ਕੁ ਪ੍ਰਭਾਵ ਪੈਂਦਾ ਹੈ, ਕਿਸ ਪੱਧਰ ਦੇ ਉੱਤੇ ਕੋਈ ਵਿਰੋਧਤਾ ਕਰਦਾ, ਇਹ ਸਾਰੀਆਂ ਚੀਜ਼ਾਂ ਸਾਡੇ ਧਿਆਨ ਗੋਚਰੀਆਂ ਨੇ। ਇਹਨਾਂ ਗੱਲਾਂ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਬਾਬਾ ਪ੍ਰਿਥੀ ਚੰਦ ਜੀ ਇੱਕ ਵਿਰੋਧਤਾਈ ਦਾ ਜੀਵਨ ਜੀਂਦੇ ਰਹੇ। ਇਹਦੀ ਅਕੱਟ ਗਵਾਹੀ ਭਾਈ ਗੁਰਦਾਸ ਜੀ ਸਾਨੂੰ ਦੇ ਰਹੇ ਨੇ। ਇਹਦੀਆਂ ਹੋਰ ਵੀ ਸਾਨੂੰ ਤਫਸੀਲ ਬਿਰਤਾਂਤ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਨ ਲਈ ਮਿਲਦੇ ਨੇ। ਪਰ ਬਾਬਾ ਪ੍ਰਿਥੀ ਚੰਦ ਦੀ ਸਮੁੱਚੀ ਵਿਰੋਧਤਾ, ਉਹਨਾਂ ਦੀ ਗਰਜ, ਉਹਨਾਂ ਦੀ ਸੰਗਤ ਵਿੱਚ ਆਪਣਾ ਪ੍ਰਭਾਵ ਬਣਾਉਣ ਦੇ ਚੱਕਰ ਵਿੱਚ ਇਹ ਸਾਰਾ ਕੁਝ ਬਣਦਾ ਹੈ, ਇਹ ਵਿਰੋਧਤਾ ਹੁੰਦੀ ਹੈ। ਪਰ ਸ਼ਾਇਦ ਉਹ ਵਿਰੋਧਤਾ ਦੇ ਇਸ ਲੈਵਲ 'ਤੇ ਨਹੀਂ ਪਹੁੰਚਦੇ ਵੀ ਉਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਬਣ ਸਕਣ। ਜੇ ਐਸਾ ਹੁੰਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਦੇ ਵੀ ਹੇਹਰ ਪਿੰਡ ਉਹਨਾਂ ਦੇ ਪੁੱਤਰ ਕੋਲ ਜਾ ਕੇ ਉਹਨਾਂ ਦੇ ਚਲਾਣੇ ਦੇ ਉੱਤੇ ਸਤਿਗੁਰੂ ਜੀ ਮਨ ਪਰਚਾਉਣੀ ਨਾ ਕਰਦੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸਮਝ ਗਏ ਸਨ ਵੀ ਬਾਬਾ ਪ੍ਰਿਥੀ ਚੰਦ ਦੀ ਵਿਰੋਧਤਾ ਤੇ ਹੈ। ਉਹਨਾਂ ਨੇ ਆਪਣਾ ਜੀਵਨ ਇੱਕ ਵਿਰੋਧਤਾ ਦੀ ਪੱਧਰ ਤੇ ਜੀਵਿਆ, ਪਰ ਉਹ ਇਸ ਲੈਵਲ ਤੱਕ ਨਹੀਂ ਜਾ ਸਕਦੇ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਸਿੱਧਾ ਕਾਰਨ ਜਾਂ ਇਸ ਤਰ੍ਹਾਂ ਵੱਡਾ ਕਾਰਨ ਬਣ ਸਕਣ। ਸੋ ਉਹਨਾਂ ਦੀ ਵਿਰੋਧਤਾ ਹੀ ਆਪਣੀ ਜਗ੍ਹਾ ਰਹੀ ਹੈ, ਪਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਬੜੇ ਵੱਡੇ ਅਰਥ ਜਿਹੜੇ ਨੇ ਉਹ ਰਹੇ ਨੇ। ਜੇ ਸੱਚਮੁੱਚ ਹੀ ਇੱਕ ਇਹ ਵੀ ਨੁਕਤਾ ਸਾਡੇ ਲਈ ਵਿਚਾਰ ਗੋਚਰ ਹੈ ਕਿ ਜੇ ਬਾਬਾ ਪ੍ਰਿਥੀ ਚੰਦ ਹੀ ਵਿਰੋਧਤਾ ਦਾ ਕਾਰਨ ਨੇ, ਸ਼ਹੀਦੀ ਦਾ ਕਾਰਨ ਨੇ, ਤੇ ਸਾਰੀ ਸਰਕਾਰ ਨੂੰ ਤਾਂ ਸਮੇਂ ਦੀ ਲਾਬੀ ਨੂੰ ਬਾਬਾ ਪ੍ਰਿਥੀ ਚੰਦ ਨੇ ਵਰਤਿਆ ਜਾਂ ਪ੍ਰਿਥੀ ਚੰਦ ਨੂੰ ਉਹਨਾਂ ਨੇ ਵਰਤਿਆ ਹੈ, ਤਾਂ ਇਹ ਸਾਡੇ ਲਈ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਫਿਰ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋ ਚੁੱਕੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਨੇ। ਇਸ ਟਾਈਮ ਪੀਰੀਅਡ ਦੇ ਵਿੱਚ ਕਿਧਰੇ ਵੀ ਬਾਬਾ ਪ੍ਰਿਥੀ ਚੰਦ ਤੁਹਾਨੂੰ ਮੰਚ ਉੱਤੇ ਵਿਖਾਈ ਨਹੀਂ ਦੇ ਰਹੇ। ਕਿਧਰੇ ਵੀ ਤੁਹਾਨੂੰ ਉਹਨਾਂ ਦੇ ਵਿੱਚ ਸੰਗਤ ਵਿੱਚ ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੋਵੇ, ਕਿਤੇ ਕੋਈ ਐਕਟੀਵਿਟੀ ਕੀਤੀ ਗਈ ਹੋਵੇ, ਕੋਈ ਕਾਰਗੁਜ਼ਾਰੀ ਕੀਤੀ ਹੋਵੇ, ਕਿਸੇ ਵੀ ਕਿਸਮ ਦੀ ਕੋਈ ਤੁਹਾਨੂੰ ਕਿਧਰੇ ਨਹੀਂ ਮਿਲਦੀ। ਕਿਸੇ ਬਿਰਤਾਂਤਕਾਰ ਨੇ ਦਾ ਜ਼ਿਕਰ ਨਹੀਂ ਕੀਤਾ ਕਿ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੋ ਗਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲ੍ਹੇ 'ਚ ਨਜ਼ਰਬੰਦ ਨੇ। ਇਸ ਟਾਈਮ ਪੀਰੀਅਡ ਵਿੱਚ ਕੋਈ ਐਸਾ ਆਗੂ ਨਹੀਂ ਜਿਸ ਨੇ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕੀਤਾ ਹੋਵੇ, ਔਰ ਇਸ ਟਾਈਮ ਪੀਰੀਅਡ ਵਿੱਚ ਬਾਬਾ ਪ੍ਰਿਥੀ ਚੰਦ ਦਾ ਵੀ ਜ਼ਿਕਰ ਸਾਡੇ ਬਿਰਤਾਂਤਕਾਰਾਂ ਨੇ ਕਿਧਰੇ ਨਹੀਂ ਕੀਤਾ। ਤਾਂ ਇਹ ਸਾਨੂੰ ਸਾਰੇ ਫੈਕਟ ਵਿਚਾਰਨੇ ਪੈਣਗੇ, ਸਾਰੇ ਪੱਖ ਸਮਝਣੇ ਪੈਣਗੇ। ਤਾਂ ਅਸੀਂ ਇਹ ਮੰਨ ਕੇ ਚੱਲੀਏ ਜੋ ਸਾਡੇ ਸਾਹਮਣੇ ਜੋ ਇਤਿਹਾਸ ਦੀਆਂ ਇਹ ਘਟਨਾਵਾਂ ਨੇ, ਹੋ ਸਕਦਾ ਹੈ ਬੜੇ ਵੱਡੇ ਇਤਿਹਾਸ ਦੇ ਖੋਜੀ, ਵਿਦਵਾਨ, ਵਿਚਾਰਕ ਸਾਡੇ 'ਚ ਮੌਜੂਦ ਨੇ, ਉਹ ਇਸ ਗੱਲ ਉੱਤੇ ਹੋਰ ਬਿਹਤਰ ਚਾਨਣਾ ਪਾਉਣ ਤਾਂ ਉਹਨਾਂ ਦੇ ਵਿਚਾਰਾਂ ਨੂੰ ਆਪਾਂ ਜੀ ਆਇਆਂ ਵੀ ਆਖਾਂਗੇ, ਸਵਾਗਤ ਵੀ ਕਰਾਂ, ਕਿਉਂਕਿ ਇਤਿਹਾਸ ਇਹਦੀ ਵਿਚਾਰ ਚਰਚਾ ਕਰਨੀ ਸਾਡੇ ਸਾਰਿਆਂ ਦੇ ਲਈ ਖੁੱਲ੍ਹਾ ਹੈ। ਪਰ ਇਹਦੇ ਲਈ ਇਹ ਜ਼ਰੂਰੀ ਹੈ ਵੀ ਅਸੀਂ ਹਰ ਇੱਕ ਧਿਰ ਦੇ ਵਿਰੋਧ ਤੇ ਉਹਦਾ ਲੈਵਲ ਤੇ ਉਹਦੀ ਸ਼ਕਤੀ ਕਿੰਨੀ ਕੁ ਹੈ ਵਿਰੋਧ ਕਰਨ ਵਾਲੇ ਦੀ, ਉਹਨੂੰ ਜ਼ਰੂਰ ਧਿਆਨ 'ਚ ਰੱਖੀਏ। ਇੱਕ ਪਿੰਡ ਪੱਧਰ ਤੇ ਲੜਨ ਵਾਲਾ ਜਿਹੜਾ ਬੰਦਾ ਹੈ ਨਾ ਪਿੰਡ ਵਿੱਚ, ਉਹਨੂੰ ਅਸੀਂ ਸਟੇਟ ਪੱਧਰ ਦਾ ਵਿਰੋਧੀ ਨਹੀਂ ਕਹਿ ਸਕਦੇ ਹੁੰਦੇ। ਇੱਕ ਬੰਦਾ ਜਿਹੜਾ ਉਹ ਜੇ ਪਰਿਵਾਰਕ ਰਿਸ਼ਤੇਦਾਰੀ ਦੇ ਪੱਧਰ ਤੇ ਲੜਨ ਵਾਲਾ ਹੈ ਜਾਂ ਸਾਡੇ ਦਾਇਰੇ 'ਚ ਲੜਨ ਵਾਲਾ ਹੈ, ਤਾਂ ਉਹਨੂੰ ਅਸੀਂ ਕੋਈ ਬਹੁਤ ਵੱਡਾ ਮੁਲਕ ਦੇ ਪੱਧਰ ਦਾ ਵਿਰੋਧੀ ਨਹੀਂ ਕਹਿ ਸਕਦੇ। ਹਰ ਇੱਕ ਦੀ ਆਪਣੀ ਆਪਣੀ ਪੋਜੀਸ਼ਨ ਹੈ। ਬਾਬਾ ਪ੍ਰਿਥੀ ਚੰਦ ਨੇ ਔਂਕੜ ਖੜੀ ਕੀਤੀ, ਮੁਸ਼ਕਲ ਖੜੀ ਕੀਤੀ। ਉਹਨਾਂ ਦੀ ਵਿਰੋਧਤਾਈ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਮੁਸ਼ਕਲਾਂ ਜ਼ਰੂਰ ਪੇਸ਼ ਲਿਆਉਂਦੀ ਰਹੀ, ਪਰ ਇਹ ਸਾਡੇ ਲਈ ਸਾਰੀਆਂ ਚੀਜ਼ਾਂ ਨੂੰ ਮਿਥਣਾ ਬਹੁਤ ਲਾਜ਼ਮੀ ਹੈ। ਜਿਹੜੀ ਜ਼ਿੰਮੇਵਾਰੀ ਚੰਦੂ ਤੇ ਆਇਦ ਹੁੰਦੀ ਹੈ ਉਹ ਕਿਸੇ ਤੇ ਨਹੀਂ ਸੁੱਟੀ ਜਾ ਸਕਦੀ। ਜਿਹੜੀ ਨਕਸ਼ਬੰਦੀਆਂ ਨੇ ਜੋ ਕੀਤਾ ਉਹ ਕਿਸੇ ਦੇ ਖਾਤੇ ਨਹੀਂ ਪਾਇਆ ਜਾ ਸਕਦਾ। ਜੋ ਬਾਬਾ ਪ੍ਰਿਥੀ ਚੰਦ ਦਾ ਪੱਧਰ ਹੈ ਉਹਨੂੰ ਕਿਸੇ ਦਾ ਨਹੀਂ ਬਣਾਇਆ ਜਾ ਸਕਦਾ। ਜੋ ਸਮੇਂ ਦੀ ਰਾਜਾਸ਼ਾਹੀ ਮੁਗਲ ਸ਼ਾਹੀ ਕਰਦੀ ਹੈ ਉਹਨੂੰ ਕਿਸੇ ਹੋਰ ਦੇ ਖਾਤੇ ਨਹੀਂ ਪਾ। ਹਰ ਇੱਕ ਦਾ ਆਪਣਾ ਆਪਣਾ ਇੱਕ ਰੋਲ ਹੈ, ਔਰ ਉਹ ਰੋਲ ਕਿਸ ਪੱਧਰ ਦਾ ਹੈ ਇਹ ਸਾਡੇ ਲਈ ਸਮਝਣਾ ਅਤੇ ਮਿਥਣਾ ਬੇਹੱਦ ਜ਼ਰੂਰੀ ਹੈ, ਤਾਂ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਔਰ ਸਦਕੇ ਜਾਣਾ ਬਣਦਾ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ। ਭਰਾ ਜਿਨ੍ਹਾਂ ਨੂੰ ਸਾਡੀ ਬੋਲੀ ਤੇ ਮੁਹਾਵਰੇ ਵਿੱਚ ਬਾਹਾਂ ਸਮਝਿਆ ਜਾਂਦਾ ਹੈ, ਕੋਈ ਵੀ ਅਸੀਂ ਕਾਰਜ ਕਰੀਏ ਅਸੀਂ ਆਪਣਿਆਂ ਵੱਲ ਵੇਖਦੇ ਹਾਂ ਕਿ ਉਹ ਸਾਡੇ ਨਾਲ ਖੜਨ, ਸਾਡੇ ਨਾਲ ਤੁਰਨ। ਪਰ ਧੰਨ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਜਿੱਥੇ ਹੋਰ ਬਹੁਤ ਸਾਰੀਆਂ ਦਰਪੇਸ਼ ਮੁਸ਼ਕਲਾਂ ਨੂੰ
ਖਿੜੇ ਮੱਥੇ ਹੰਢਾਇਆ, ਸਹਿਜ ਤੇ ਧੀਰਜ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਔਰ ਬੜੀ ਦੂਰ ਅੰਦੇਸ਼ੀ ਦੇ ਕਾਰਜ ਕੀਤੇ। ਗੁਰੂ ਨਾਨਕ ਮਹਾਰਾਜ ਦੇ ਇਸ ਟੀਚੇ ਤੇ ਮਿਸ਼ਨ ਨੂੰ ਅੱਗੇ ਵਧਾਇਆ। ਉੱਥੇ ਸਤਿਗੁਰੂ ਮਹਾਰਾਜ ਇਹ ਲੋਚਦੇ ਤਾਂ ਹੋਣਗੇ ਵੀ ਉਹਨਾਂ ਦਾ ਵੱਡਾ ਭਰਾ ਵੀ ਉਹਨਾਂ ਦੇ ਨਾਲ ਹੋਵੇ, ਪਰ ਬਾਬਾ ਪ੍ਰਿਥੀ ਚੰਦ ਜੀ ਆਪਣੇ ਅਸਰ ਰਸੂਖ ਦੇ ਪੱਧਰ ਉੱਤੇ ਵਿਚਰਦੇ ਰਹੇ, ਵਿਰੋਧਤਾਈ ਵਿੱਚ ਵਿਚਰਦੇ ਰਹੇ, ਪਰ ਮੇਰੇ ਸਤਿਗੁਰੂ ਮਹਾਰਾਜ ਫਿਰ ਵੀ ਅਕਾਲ ਪੁਰਖ ਦਾ ਸ਼ੁਕਰ ਮਨਾ ਕੇ ਉਹਦੀ ਰਜ਼ਾ ਨੂੰ ਖਿੜੇ ਮੱਥੇ ਮੰਨ ਕੇ ਚੜ੍ਹਦੀ ਕਲਾ ਨਾਲ ਸਮੂਹ ਸੰਗਤ ਨੂੰ, ਸਮਾਜ ਨੂੰ, ਮਨੁੱਖਤਾ ਨੂੰ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਤੇ ਪਰਉਪਕਾਰ ਕਰਦਿਆਂ ਹੋਇਆਂ ਇਹ ਜੀਵਨ ਦੀਆਂ, ਪਰਿਵਾਰਕ ਵੀ, ਬਾਹਰ ਦੀਆਂ ਵੀ, ਵੱਡੀ ਪੱਧਰ ਦੀ ਹਰ ਤਰ੍ਹਾਂ ਦੀਆਂ ਔਂਕੜਾਂ ਤੇ ਮੁਸ਼ਕਿਲਾਂ ਨਾਲ ਨਜਿੱਠਦਿਆਂ ਹੋਇਆਂ ਸਤਿਗੁਰੂ ਨੇ ਓੜਕ ਆਪਣੀ ਸ਼ਹਾਦਤ ਤੱਕ ਦੇ ਕੇ, ਆਪਣੀ ਕੁਰਬਾਨੀ ਤੱਕ ਦੇ ਕੇ ਮੇਰੇ ਹਜ਼ੂਰ ਨੇ ਸੰਸਾਰ ਵਿੱਚ ਉਹ ਲਾਸਾਨੀ ਇਤਿਹਾਸ ਸਿਰਜਿਆ ਜਿਸ ਦਾ ਕੋਈ ਸਾਨੀ ਨਹੀਂ, ਜਿਸ ਦੀ ਕੋਈ ਬਰਾਬਰਤਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।